ਸੂਫੀ ਦਰਵੇਸ਼ ਬਾਬਾ ਫਰੀਦ ਜੀ ਦੇ ਜੀਵਨ ਦੇ ਕੁਝ ਅਜਿਹੇ ਤੱਥ ਹਨ ਜੋ ਅਸੀਂ ਸਾਰਿਆਂ ਨੇ ਨਹੀਂ ਸੁਣੇ। ਉਹਨਾਂ ਦੀਆਂ ਕੁਝ ਅਜਿਹੀਆਂ ਕਰਾਮਾਤਾਂ, ਰਹਿਮਤਾਂ ਅਤੇ ਬਖਸ਼ਿਸ਼ਾਂ ਹਨ ਜਿਸ ਬਾਰੇ ਵੀ ਸਾਨੂੰ ਪੂਰਨ ਗਿਆਨ ਨਹੀਂ ਹੈ। ਅੱਜ ਦੀ ਇਸ ਵੀਡੀਓ ਵਿੱਚ ਉਹਨਾਂ ਹੀ ਰਹਿਮਤਾਂ, ਕਰਾਮਾਤਾਂ ਦਾ ਜ਼ਿਕਰ ਕਰਾਂਗੇ ਤਾਂ ਜੋ ਸਾਡੇ ਸਾਰਿਆਂ ਉੱਪਰ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਬਰਸ ਸਕੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਹੈ ਕਿ ਇਸ ਚੈਨਲ ਨੂੰ ਸਪੋਰਟ ਕਰਨ ਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਬਟਨ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਮਿਲ ਸਕੇ। ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਕਰਨਾ, ਸ਼ੇਅਰ ਕਰਨਾ। ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਅੱਜ ਦਾ ਇਹ ਆਰਟੀਕਲ ਜੋ ਆਪ ਜੀ ਦੇ ਸਾਹਮਣੇ ਆਡੀਓ ਪਾਠ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੇ ਹਾਂ, ਸੂਫੀ ਦਰਵੇਸ਼ ਬਾਬਾ ਫਰੀਦ ਜੀ ਦਾ ਜੀਵਨ ਤੇ ਰਮਜ਼ਾਂ। ਇਸ ਨੂੰ ਸਰਦਾਰ ਹਰਪਾਲ ਸਿੰਘ ਪੰਨੂ ਨੇ ਲਿਖਿਆ ਹੋਇਆ ਹੈ। ਮੈਂ ਇਸ ਦਾ ਆਡੀਓ ਪਾਠ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਬਾਬਾ ਫਰੀਦ ਦੀ ਪਰਵਰਿਸ਼ ਚੰਗੇ ਸਰਦੇ ਪੁੱਜਦੇ ਅਮੀਰ ਖਾਨਦਾਨ ਵਿੱਚ ਹੋਈ। ਉਹਨਾਂ ਦੇ ਪਿਤਾ ਅਤੇ ਬਾਬਾ ਜੀ ਗਜ਼ਨੀ ਅਤੇ ਕੰਧਾਰ ਵਿੱਚ ਜੱਜ ਸਨ। ਅਫਗਾਨਿਸਤਾਨ ਵਿੱਚ ਹਾਲਾਤ ਖਰਾਬ ਹੋ ਗਏ ਤਾਂ ਇਸ ਪਰਿਵਾਰ ਨੇ ਹਿੰਦੁਸਤਾਨ ਦਾ ਰੁਖ ਕੀਤਾ। ਇੱਧਰ ਵੀ ਰਾਜਸੀ ਉਥਲ ਪੁਥਲ ਦਾ ਦੌਰ ਚੱਲ ਰਿਹਾ ਸੀ। ਚੜ੍ਹਦੀ ਜਵਾਨੀ ਵਿੱਚ ਉਹਨਾਂ ਨੇ ਗਜ਼ਨਵੀ ਹਕੂਮਤ ਦਾ ਪਤਨ ਤੇ ਗੌਰੀ ਹਕੂਮਤ ਦੀ ਚੜ੍ਹਤ ਦੇਖੀ। ਢਲਦੀ ਉਮਰ ਵਿੱਚ ਗੌਰੀਆਂ ਦਾ ਪਤਨ ਤੇ ਗੁਲਾਮ ਬੰਸ ਦੀ ਚੜ੍ਹਤ ਦੇਖੀ। ਤੁਰਕ ਆਏ, ਮੰਗੋਲ ਆਏ, ਹਕੂਮਤਾਂ ਸਥਾਪਿਤ ਕੀਤੀਆਂ। ਆਪੋ ਆਪਣੇ ਨਗਾਰੇ ਵਜਾ ਕੇ ਚਲੇ ਗਏ। ਤਾਕਤ ਦੀ ਇਸ ਜ਼ੋਰ ਅਜ਼ਮਾਈ, ਸ਼ਾਨੋ ਸ਼ੌਕਤ ਤੇ ਖੂੰਖਾਰ ਟੱਕਰ ਵਿੱਚ ਬਾਬਾ ਫਰੀਦ ਅਤੇ ਉਹਨਾਂ ਦੇ ਮੁਰੀਦ ਇਸ ਸਭ ਕੁਝ ਤੋਂ ਬੇਖਬਰ, ਬੇਪਰਵਾਹ ਬੰਦਗੀ ਵਿੱਚ ਆਪਣੇ ਦਿਨ ਗੁਜ਼ਾਰਦੇ। ਇਹਨਾਂ ਦੀਆਂ ਖਾਨਗਾਹਾਂ 'ਤੇ ਅਮੀਰ, ਗਰੀਬ, ਦਾਤੇ ਮੰਗਤੇ, ਮੁਸਲਮਾਨ, ਹਿੰਦੂ ਹਰ ਵਰਗ ਦੇ ਲੋਕ ਆਉਂਦੇ। ਆਪੋ ਆਪਣੀ ਅਰਦਾਸ ਕਰਕੇ ਪਰਤ ਜਾਂਦੇ। ਹਰੇਕ ਲੋੜਵੰਦ ਨੂੰ ਅਸੀਸ ਅਤੇ ਧਰਵਾਸ ਮਿਲਦਾ। ਬਾਦਸ਼ਾਹਾਂ ਨੇ ਕਿਲੇ ਅਤੇ ਮਹਿਲ ਬਣਵਾਏ। ਹੁਣ ਜਦੋਂ ਇਹਨਾਂ ਪੁਰਾਣੇ ਮਹਿਲਾਂ ਨੂੰ ਦੇਖਣ ਜਾਂਦੇ ਹਾਂ, ਉੱਥੇ ਚਮਗਿੱਦੜਾਂ ਅਤੇ ਕਬੂਤਰਾਂ ਦਾ ਵਾਸਾ ਹੈ। ਮੌਤ ਦਾ ਸੰਨਾਟਾ ਸਾਹਮਣੇ ਦਿਖਾਈ ਦਿੰਦਾ ਹੈ। ਫਕੀਰਾਂ ਦੇ ਮਕਬਰਿਆਂ ਉੱਪਰ ਜਾਓ, ਕਵਾਲ ਗਾ ਰਹੇ ਹਨ। ਦਾਨੀ ਲੋਕ ਲੰਗਰ ਵਰਤਾ ਰਹੇ ਹਨ। ਲੋੜਵੰਦ ਖਾ ਰਹੇ ਹਨ, ਅਸੀਸਾਂ ਦੇ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਮਹਿਲਾਂ ਵਿੱਚ ਜ਼ਿੰਦਗੀ ਦਿਸਦੀ ਤੇ ਕਬਰਾਂ ਉੱਪਰ ਮੌਤ, ਪਰ ਹੋ ਉਲਟ ਰਿਹਾ ਹੈ। ਕਬਰਾਂ ਉੱਪਰ ਜ਼ਿੰਦਗਾਨੀ ਦੀ ਖੈਰ ਮੰਗੀ ਜਾ ਰਹੀ ਹੈ। ਸੁੱਖਣਾ ਸੁੱਖੀਆਂ ਜਾ ਰਹੀਆਂ ਹਨ। ਪੁਰਾਣੀਆਂ ਸੁੱਖਾਂ ਦੀ ਪੂਰਤੀ ਹੋਣ ਸਦਕਾ ਸ਼ੁਕਰਾਨਾ ਕਰਨ ਵਾਸਤੇ ਕਾਫਲੇ ਜਾ ਰਹੇ ਹਨ। ਜਿਨ੍ਹਾਂ ਭਰੋਸੇ ਜੋ ਗ੍ਰੰਥਾਂ ਵਿੱਚੋਂ ਬਾਬਾ ਜੀ ਦੇ ਬਚਨ ਪ੍ਰਾਪਤ ਹੁੰਦੇ ਹਨ, ਉਹਨਾਂ ਵਿੱਚੋਂ ਪ੍ਰਥਮ ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਨਾਨਕ ਦੇਵ ਜੀ ਜਦੋਂ ਏਸ਼ੀਆ ਦਾ ਭ੍ਰਮਣ ਕਰ ਰਹੇ ਸਨ, ਤਦ ਉਹ ਸੂਫੀਆਂ ਦੀਆਂ ਖਾਨਗਾਹਾਂ ਵਿੱਚ ਰੁਕਦੇ, ਸੰਵਾਦ ਰਚਾਉਂਦੇ ਤੇ ਜਿੱਥੋਂ ਕਿਤੋਂ ਬਾਬਾ ਫਰੀਦ ਜੀ ਦੀ ਬਾਣੀ ਹਾਸਲ ਹੁੰਦੀ, ਪ੍ਰਾਪਤ ਕਰਦੇ। ਜਨਮ ਸਾਖੀਆਂ ਵਿੱਚ ਹਵਾਲੇ ਹਨ ਕਿ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਜੀ ਦੀ ਬਾਣੀ ਦਾ ਗਾਇਨ ਕਰਦੇ। ਦੂਜੀ ਭਰੋਸੇਯੋਗ ਕਿਤਾਬ ਫਾਇਦੁਲ ਫਵਾਦ ਹੈ। ਬਾਬਾ ਫਰੀਦ ਦੇ ਉੱਤਰਾਅਧਿਕਾਰੀ ਸ਼ੇਖ ਨਿਜ਼ਾਮੂਦੀਨ ਔਲੀਆ ਆਪਣੇ ਪ੍ਰਵਚਨਾਂ ਦੌਰਾਨ ਵਧੇਰੇ ਗੱਲਾਂ ਬਾਬਾ ਫਰੀਦ ਜੀ ਦੀਆਂ ਸੁਣਾਉਂਦੇ। ਉਹਨਾਂ ਦਾ ਇੱਕ ਸ਼ਰਧਾਲੂ ਅਮੀਰ ਹਸਨ ਸਿਜ਼ਜੀ ਅਜਿਹੇ ਮੌਕੇ ਆਪਣੇ ਕੋਲ ਕਲਮ, ਦਵਾਤ ਤੇ ਕਾਪੀ ਰੱਖਦਾ, ਨੇੜੇ ਬੈਠਾ ਨੋਟ ਕਰਦਾ ਜਾਂਦਾ। ਸ਼ੇਖ ਸਾਹਿਬ ਨੇ ਇੱਕ ਦਿਨ ਪੁੱਛਿਆ ਕਿ ਇਹ ਕੀ ਲਿਖ ਰਹੇ ਹੋ, ਤਾਂ ਹਸਨ ਨੇ ਦੱਸ ਦਿੱਤਾ, ਇਸ ਪਿੱਛੋਂ ਤਾਂ ਸ਼ੇਖ ਸਾਹਿਬ ਵਧੀਕ ਚੇਤਨ ਹੋ ਕੇ ਸਹਿਜੇ ਸਹਿਜੇ ਬੋਲਦੇ ਤਾਂ ਕਿ ਜਾਣਕਾਰੀ ਅਧੂਰੀ ਨਾ ਰਹਿ ਜਾਵੇ। ਦੇਖਿਆ ਕਿ ਕਿਤੇ ਕਿਤੇ ਸਫ਼ਿਆਂ ਵਿੱਚ ਵਿਚਕਾਰ ਖਾਲੀ ਥਾਂ ਪਈ ਹੈ। ਹਸਨ ਨੇ ਦੱਸਿਆ, ਜੀ ਇਹ ਮੈਂ ਨੋਟ ਨਹੀਂ ਕਰ ਸਕਿਆ, ਸੋਚਿਆ ਜਦੋਂ ਤੁਹਾਡੇ ਪਾਸ ਫੁਰਸਤ ਹੋਈ ਪੂਰੀ ਕਰ ਲਵਾਂਗਾ। ਸ਼ੇਖ ਸਾਹਿਬ ਨੇ ਇਹ ਖਾਲੀ ਥਾਵਾਂ ਪੂਰੀਆਂ ਕਰਵਾਈਆਂ। ਬੇਸ਼ੱਕ ਵਧੀਕ ਸਮਾਂ ਬੀਤ ਜਾਣ ਕਾਰਨ ਫਾਇਦੁਲ ਫਵਾਦ ਦੀਆਂ ਵੀ ਕਈ ਜਿਲਦਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਵਖਰੇਵੇਂ ਵੀ ਹਨ, ਤਾਂ ਵੀ ਖਲਕ ਅਹਿਮਦ ਨਿਜ਼ਾਮੀ ਵੱਲੋਂ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਸੰਭਾਲੇ ਖਰੜੇ ਭਰੋਸੇਯੋਗ ਹਨ। ਨਿਜ਼ਾਮੀ ਜੀ ਨੇ ਖੈਰੁਲ ਮਜਾਲਿਸ ਕਿਤਾਬ ਨੂੰ ਸੰਪਾਦਿਤ ਕਰਕੇ ਛਪਵਾਇਆ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਖੈਰੁਲ ਮਜਾਲਿਸ ਨੂੰ ਆਧਾਰ ਬਣਾ ਕੇ ਸ਼੍ਰੇਸ਼ਠ ਗੋਸ਼ਟਾਂ ਅਤੇ ਫਾਇਦਲ ਫਵਾਦ ਦੇ ਆਧਾਰ 'ਤੇ ਦਿਲਾਂ ਲਈ ਰਾਹਤ ਕਿਤਾਬਾਂ ਰਚੀਆਂ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਵੀ ਹੋਈਆਂ। ਸਿਯਰੁਲ ਔਲੀਆ ਕਿਤਾਬ ਪੰਜਾਬੀ ਜ਼ੁਬਾਨ ਵਿੱਚ ਨਹੀਂ ਆਈ। ਖੈਰੁਲ ਮਜਾਲਿਸ ਸ਼ੇਖ ਨਸੀਰੁਦੀਨ ਮਹਿਮੂਦ ਚਿਰਾਗ ਦਿੱਲੀ, ਜੋ ਅਵਧ ਦੇ ਵਾਸੀ ਸਨ, ਅਤੇ ਸ਼ੇਖ ਨਿਜ਼ਾਮੁਦੀਨ ਦੇ ਵਿਦਿਆਰਥੀ ਨੇ ਲਿਖੀ। ਨਸੀਰੁਦੀਨ ਦਾ ਮੁਕਾਮ ਵੱਡੇ ਫਕੀਰਾਂ ਵਿੱਚ ਆਉਂਦਾ ਹੈ। ਸਿਯਰੁਲ ਔਲੀਆ ਸਈਦ ਮੁਹੰਮਦ ਬਿਨ ਮੁਬਾਰਕ ਕਿਰਮਾਨੀ ਦੀ ਰਚਨਾ ਹੈ। ਕਿਰਮਾਨੀ ਦੇ ਬਾਬਾ ਅਤੇ ਪਿਤਾ ਜੀ ਸ਼ੇਖ ਫਰੀਦ ਦੇ ਬਹੁਤ ਨਜ਼ਦੀਕੀ ਸੇਵਾਦਾਰ ਸਨ। ਬਾਬਾ ਫਰੀਦ ਦੀਆਂ ਨਿੱਜੂ ਘਰੇਲੀ ਜ਼ਿੰਮੇਵਾਰੀਆਂ ਨਿਭਾਉਣੀਆਂ ਇਹਨਾਂ ਦਾ ਫਰਜ਼ ਸੀ। ਆਪਣੇ ਬਜ਼ੁਰਗਾਂ ਦੇ ਭਰੋਸੇਯੋਗ ਸਮੱਗਰੀ ਇਕੱਤਰ ਕਰਕੇ ਇਸ ਕਿਤਾਬ ਦੀ ਰਚਨਾ ਕੀਤੀ। ਬਾਬਾ ਫਰੀਦ ਦੇ ਦਾਦਾ ਕਾਜ਼ੀ ਸੋਏਬ ਕਾਬਲ ਤੋਂ ਹਿਜਰਤ ਕਰਕੇ 1157 ਈਸਵੀ ਵਿੱਚ ਲਾਹੌਰ ਆ ਗਏ। ਥੋੜ੍ਹਾ ਸਮਾਂ ਲਾਹੌਰ ਰੁਕ ਕੇ ਕਸੂਰ ਚਲੇ ਗਏ। ਕਸੂਰ ਦੇ ਕਾਜ਼ੀ ਨੂੰ ਜਦੋਂ ਪਤਾ ਲੱਗਾ ਕਿ ਬਹੁਤ ਉੱਚੇ ਖਾਨਦਾਨ ਦਾ ਪਰਿਵਾਰ ਇਸ ਵਕਤ ਜ਼ਰੂਰਤਮੰਦ ਹੈ, ਉਸ ਨੇ ਸੁਲਤਾਨ ਪਾਸ ਗੱਲ ਕੀਤੀ। ਸੁਲਤਾਨ ਨੇ ਉਹਨਾਂ ਨੂੰ ਸੱਦ ਕੇ ਸਤਿਕਾਰ ਦਿੰਦੇ ਪੁੱਛਿਆ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਸ਼ੁਏਬ ਨੇ ਕਿਹਾ, ਜੋ ਜੋ ਅਸਾਂ ਤੋਂ ਖੁੱਸ ਚੁੱਕਾ ਹੈ ਉਹ ਦੁਬਾਰਾ ਹਾਸਲ ਕਰਨ ਦੀ ਇੱਛਾ ਨਹੀਂ ਹਜ਼ੂਰ। ਅਮਨ ਚੈਨ ਨਾਲ ਦਿਨ ਕੱਟੀ ਕਰਨ ਦੇ ਖਾਹਿਸ਼ਮੰਦ ਹਾਂ। ਅਜਿਹਾ ਫਕੀਰਾਨਾ ਉੱਤਰ ਸੁਣ ਕੇ ਸੁਲਤਾਨ ਦੇ ਦਿਲ ਵਿੱਚ ਹੋਰ ਸਤਿਕਾਰ ਵੱਧ ਗਿਆ ਅਤੇ ਉਹਨਾਂ ਨੂੰ ਕੋਠੇ ਵੱਲ ਰਿਹਾਇਸ਼ ਦੇ ਕੇ ਕਾਜ਼ੀ ਨਿਯੁਕਤ ਕੀਤਾ। ਕਾਜ਼ੀ ਦੇ 3 ਬੇਟੇ ਸਨ। ਵੱਡਾ ਇਜ਼ੁਦੀਨ ਮਹਿਮੂਦ ਸੀ, ਵਿਚਕਾਰਲਾ ਜਮਾਲੁਦੀਨ ਸੁਲੇਮਾਨ ਅਤੇ ਛੋਟਾ ਨਜ਼ੀਬੁਦੀਨ ਮੁਹੰਮਦ ਸੀ। ਬਾਬਾ ਫਰੀਦ ਜੀ ਵਿਚਕਾਰਲੇ ਜਮਾਲੁਦੀਨ ਦਾ ਬੇਟਾ ਸੀ। ਮਾਂ ਦਾ ਨਾਮ ਬੀਬੀ ਕਰਸੁਮ ਸੀ। ਦਾਦਾ ਸ਼ੁਹੇਬ ਕਾਬਲ ਦੇ ਬਾਦਸ਼ਾਹ ਫਾਰੂਕ ਸ਼ਾਹ ਦੇ ਬੜਾ ਕਰੀਬੀ ਸੀ। ਸੁਲਤਾਨ ਸ਼ਹਾਬੁਦੀਨ ਗੌਰੀ ਜਮਾਲੁਦੀਨ ਦਾ ਮਾਮਾ ਸੀ। ਦਿੱਲੀ ਦੇ ਸੁਲਤਾਨ ਗੌਰੀ ਦਾ ਸਮਾਂ 1175 ਤੋਂ 1265 ਈਸਵੀ ਤੱਕ ਦਾ ਹੈ। ਬਾਬਾ ਫਰੀਦ ਜੀ ਦੀ ਮਾਂ ਕਰਸੁਮ ਬੜੀ ਨੇਕ ਬਖਤ ਧਰਮੀ ਬੀਬੀ ਸੀ, ਜੋ ਦਾਨ ਪੁੰਨ ਕਰਦੀ, ਦੇਰ ਤੱਕ ਨਮਾਜ਼ ਪੜ੍ਹਦੀ ਰਹਿੰਦੀ। ਗੋਦ ਵਿੱਚ ਫਰੀਦ ਨੂੰ ਬਿਠਾਈ ਨਮਾਜ਼ ਦੀ ਸਮਾਪਤੀ ਉਪਰੰਤ ਅਰਦਾਸ ਕਰਦੀ, ਹੇ ਪਰਵਰਦਿਗਾਰ, ਅਸੀਂ ਜਿਸ ਦੇ ਹੱਕਦਾਰ ਨਹੀਂ ਸਾਂ ਉਹ ਸਨਮਾਨ ਅਤੇ ਇੱਜ਼ਤਾਂ ਪ੍ਰਾਪਤ ਹੋਈਆਂ, ਅਸੀਂ ਤੇਰਾ ਕਰਜ਼ ਨਹੀਂ ਉਤਾਰ ਸਕਦੇ। ਹੇ ਪਿਤਾ, ਫਰੀਦ ਨੂੰ ਇਸ ਕਾਬਲ ਬਣਾ ਕਿ ਇਹ ਤੇਰਾ ਕਰਜ਼ ਬੰਦਗੀ ਰਾਹੀਂ ਉਤਾਰੇ। ਇਸ ਬੀਬੀ ਦੀ ਸ਼ਖਸੀਅਤ ਨਾਲ ਕਈ ਕਰਾਮਾਤੀ ਸਾਖੀਆਂ ਵੀ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਕਿ ਰਾਤ ਨੂੰ ਚੋਰੀ ਕਰਨ ਚੋਰ ਘਰ ਅੰਦਰ ਦਾਖਲ ਹੋਇਆ ਤਾਂ ਅੰਨਾ ਹੋ ਗਿਆ, ਬਾਹਰ ਜਾਣ ਦਾ ਰਾਹ ਨਾ ਲੱਭੇ। ਬੀਬੀ ਕਰਸੁਮ ਨੇ ਕਿਹਾ, ਵਾਅਦਾ ਕਰ ਕਿ ਅੱਗੇ ਤੋਂ ਨੇਕ ਚੱਲਣੀ ਨਾਲ ਦਿਨ ਬਿਤਾਏਗਾ ਤਾਂ ਠੀਕ ਹੋ ਜਾਏਗਾ। ਵਾਅਦਾ ਕਰਨ 'ਤੇ ਚੋਰ ਦੀ ਨਜ਼ਰ ਪਰਤ ਆਈ। ਦਿੱਲੀ ਜਾਂਦਿਆਂ ਹੋਇਆਂ ਪ੍ਰਸਿੱਧ ਫਕੀਰ ਸ਼ੇਖ ਜਲਾਲੁਦੀਨ ਤਬਰੇਜ਼ੀ ਕੋਠੇਵਾਲ ਵਿੱਚੋਂ ਦੀ ਲੰਘਿਆ। ਇਹ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦਾ ਮਿੱਤਰ ਸੀ। ਉਸ ਨੇ ਪੁੱਛਿਆ ਕਿ ਇੱਥੇ ਕੋਈ ਪੁੱਜਿਆ ਹੋਇਆ ਦਰਵੇਸ਼ ਵੀ ਹੈ। ਲੋਕਾਂ ਨੇ ਕਿਹਾ, ਨਹੀਂ ਜੀ, ਅਜਿਹਾ ਇੱਥੇ ਕੋਈ ਨਹੀਂ। ਹਾਂ, ਇੱਕ ਕਾਜ਼ੀ ਦਾ ਬੱਚਾ ਹੈ ਜਿਸ ਨੂੰ ਲੋਕ ਪਾਗਲ ਆਖਦੇ ਹਨ। ਉਹ ਘਰ ਅਤੇ ਮਸਜਿਦ ਵਿੱਚ ਹਰ ਵੇਲੇ ਨਮਾਜ਼ ਪੜ੍ਹਦਾ ਰਹਿੰਦਾ ਹੈ। ਜਲਾਲੁਦੀਨ ਫਰੀਦ ਜੀ ਪਾਸ ਗਏ, ਆਪਣੇ ਚੋਲੇ ਵਿੱਚੋਂ ਅਨਾਰ ਕੱਢ ਕੇ ਤੋੜਿਆ ਅਤੇ ਫਰੀਦ ਨੂੰ ਦੇਣਾ ਚਾਹਿਆ। ਫਰੀਦ ਨੇ ਕਿਹਾ, ਜੀ ਮੈਂ ਰੋਜ਼ੇ ਰੱਖੇ ਹੋਏ ਹਨ, ਇਸ ਕਰਕੇ ਨਹੀਂ ਖਾ ਸਕਦਾ। ਫਕੀਰ ਚਲਾ ਗਿਆ। ਜਦੋਂ ਅਨਾਜ ਤੋੜਿਆ ਗਿਆ ਤਾਂ ਇੱਕ ਦਾਣਾ ਤਿਲਕ ਕੇ ਜ਼ਮੀਨ ਉੱਪਰ ਡਿੱਗਾ। ਇਹ ਦਾਣਾ ਚੁੱਕ ਕੇ ਫਰੀਦ ਨੇ ਰੁਮਾਲ ਦੀ ਕੰਨੀ ਵਿੱਚ ਬੰਨ੍ਹ ਲਿਆ ਤਾਂ ਕਿ ਸ਼ਾਮੀ ਰੋਜ਼ਾ ਇਸੇ ਨਾਲ ਖੋਲ੍ਹਿਆ ਜਾਵੇ। ਦਿਨ ਛਿਪਣ ਤੋਂ ਬਾਅਦ ਇਹ ਦਾਣਾ ਮੂੰਹ ਵਿੱਚ ਪਾਇਆ ਤਾਂ ਵਿਸਮਾਦ ਦੀ ਅਵਸਥਾ ਵਿੱਚ ਆ ਗਏ। ਪਿੱਛੋਂ ਦੇਰ ਤੱਕ ਇਸ ਗੱਲ ਦਾ ਪਛਤਾਵਾ ਕਰਦੇ ਰਹੇ ਕਿ ਸਾਰਾ ਅਨਾਰ ਕਿਉਂ ਨਾ ਹਾਸਲ ਕੀਤਾ। ਇੱਕ ਦਾਣੇ ਵਿੱਚ ਇੰਨੀ ਕਰਾਮਾਤ ਹੈ, ਪੂਰੇ ਅਨਾਰ ਨੇ ਕਿੰਨੇ ਜਲਵੇ ਦਿਖਾਉਣੇ ਸਨ, ਕੀ ਪਤਾ। ਕਈ ਸਾਲਾਂ ਬਾਅਦ ਜਦੋਂ ਸਾਈਂ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ ਤਾਂ ਇਹ ਪ੍ਰਸ਼ਨ ਉਹਨਾਂ ਨੂੰ ਪੁੱਛਿਆ। ਸਾਈਂ ਨੇ ਫਰਮਾਇਆ, ਫਰੀਦੁਦੀਨ, ਹੁਣ ਤੱਕ ਲੱਖਾਂ ਰੁੱਤਾਂ ਆਈਆਂ ਤੇ ਗਈਆਂ, ਇਹਨਾਂ ਵਿੱਚੋਂ ਕੋਈ ਕੋਈ ਰੁੱਤ ਕਰਮਾਂ ਵਾਲੀ ਹੁੰਦੀ ਹੈ।
ਹਰੇਕ ਰੁੱਤ ਵਿੱਚ ਲੱਖਾਂ ਅਨਾਰ ਪੱਕਦੇ ਹਨ, ਪਰ ਕੋਈ ਕੋਈ ਅਨਾਰ ਕਰਮਾਂ ਵਾਲਾ ਹੁੰਦਾ ਹੈ। ਇੱਕ ਅਨਾਰ ਵਿੱਚ ਕਿੰਨੇ ਦਾਣੇ ਹੁੰਦੇ ਹਨ? ਸਾਰੇ ਨਹੀਂ, ਕੋਈ ਕੋਈ ਦਾਣਾ ਹੁੰਦਾ ਹੈ। ਇਹ ਭਾਗਾਂ ਵਾਲਾ ਹੁੰਦਾ ਹੈ, ਉਹ ਤੇਰੇ ਹਿੱਸੇ ਆਇਆ ਹੈ, ਕਿਉਂਕਿ ਤੂੰ ਕਰਮਾਂ ਵਾਲਾ ਹੈ। ਬਾਕੀ ਦੇ ਅਨਾਰ ਵਿੱਚ ਕੁਝ ਨਹੀਂ ਸੀ, ਤੇ ਜਿਸ ਦਾਣੇ ਉੱਪਰ ਤੇਰਾ ਹੱਕ ਸੀ, ਤੇਰੇ ਵਾਸਤੇ ਬਣਿਆ ਸੀ, ਉਹ ਚੱਲ ਕੇ ਆਪ ਤੇਰੇ ਕੋਲ ਪੁੱਜਾ ਹੈ। ਕਿਸੇ ਹੋਰ ਨੂੰ ਉਹ ਹਾਸਲ ਨਹੀਂ ਹੋਇਆ। ਬੰਦਗੀ ਕਰਨ ਚੜ੍ਹਦੀ ਜਵਾਨੀ ਵਿੱਚ ਹੀ ਉਹਨਾਂ ਦੀ ਸ਼ੋਹਰਤ ਦੂਰ ਦੂਰ ਤੱਕ ਫੈਲਣ ਲੱਗੀ। ਨਾ ਕਿਸੇ ਨੂੰ ਮਿਲਦੇ ਸਨ, ਨਾ ਕੋਠੀਵਾਲ ਵਿੱਚੋਂ ਬਾਹਰ ਜਾਂਦੇ ਸਨ। ਤਦ ਵੀ ਮੁਲਤਾਨ ਦੇ ਸੁਹਰਾਵਰਦੀ ਸਿਲਸਿਲੇ ਦੇ ਫਕੀਰ ਸ਼ੇਖ ਬਹਾਉਦੀਨ ਜ਼ਕਰੀਆ ਨੇ ਸੁਨੇਹਾ ਭੇਜਿਆ, ਮੈਂ ਆਪ ਦੇ ਦਰਸ਼ਨਾਂ ਦਾ ਅਭਿਲਾਸ਼ੀ ਹਾਂ। ਸਾਈਂ ਬਖਤਿਆਰ ਕਾਕੀ ਇੱਧਰ ਦੀ ਲੰਘੇ ਤਾਂ ਆਪ ਨੇ ਚਰਨ ਛੋਹ ਕੇ ਬੇਨਤੀ ਕੀਤੀ, ਮੈਂ ਤੁਹਾਡੇ ਸਿਲਸਿਲੇ ਵਿੱਚ ਸ਼ਾਮਲ ਹੋਣ ਦਾ ਇੱਛੁਕ ਹਾਂ। ਸਾਈਂ ਨੇ ਫਰਮਾਇਆ, ਪਹਿਲਾਂ ਵਿੱਦਿਆ ਹਾਸਲ ਕਰੋ। ਜ਼ਾਹਲ ਫਕੀਰ ਸਰਕਸ ਦਾ ਮਖੌਲੀਆ ਹੋਇਆ ਕਰਦਾ ਹੈ। 18 ਸਾਲ ਦੀ ਉਮਰ ਵਿੱਚ ਸਕੂਲ ਦੀ ਵਿੱਦਿਆ ਮੁਕਾ ਕੇ ਮੁਲਤਾਨ ਸਾਈਂ ਬਖਤਿਆਰ ਕਾਕੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਬਖਤਿਆਰ ਕਾਕੀ ਨੇ ਇੱਥੋਂ ਜਦੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਤਾਂ ਫਰੀਦ ਨੂੰ ਨਾਲ ਲੈ ਕੇ ਗਏ। ਉੱਥੇ ਜਾ ਕੇ ਬਾਕਾਇਦਗੀ ਨਾਲ ਬਾਬਾ ਜੀ ਨੂੰ ਚਿਸ਼ਤੀ ਸਿਲਸਿਲੇ ਵਿੱਚ ਸ਼ਾਮਲ ਕੀਤਾ। 5 ਸਾਲ ਉਹਨਾਂ ਦੀ ਨਿਗਰਾਨੀ ਵਿੱਚ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਿਨਾਂ ਵਿੱਚ ਬਾਬਾ ਜੀ ਨੇ ਸਖਤ ਮਿਹਨਤ ਕੀਤੀ। ਬੰਦਗੀ ਵਿੱਚ ਇੰਨਾ ਲੀਨ ਰਹਿੰਦੇ ਸਨ ਕਿ ਆਪਣੇ ਮੁਰਸ਼ਦ ਦੇ ਦਰਸ਼ਨ ਕਰਨ ਵੀ ਮਹੀਨੇ ਵਿੱਚ 1-2 ਵਾਰ ਹੀ ਜਾਂਦੇ। ਸਾਈਂ ਬਖਤਿਆਰ ਕਾਕੀ ਦੇ ਮੁਰਸ਼ਦ ਖਵਾਜਾ ਮੁਈਦੀਨ ਚਿਸ਼ਤੀ ਦਿੱਲੀ ਉਹਨਾਂ ਪਾਸ ਆਏ ਤਾਂ ਜਵਾਨ ਬਾਬਾ ਫਰੀਦ ਨੂੰ ਦੇਖਣ ਸਾਰ ਕਿਹਾ, ਇਹ ਬਾਜ਼ ਹੈ ਬਖਤਿਆਰ, ਜਿਸ ਨੇ ਸਵਰਗਾਂ ਤੋਂ ਉਰੇ ਕਿਧਰੇ ਆਪਣਾ ਆਲਣਾ ਨਹੀਂ ਬਣਾਉਣਾ, ਇਸ ਨੂੰ ਅਸੀਸ ਦੇ। ਬਖਤਿਆਰ ਨੇ ਕਿਹਾ, ਤੁਸੀਂ ਵੱਡੇ ਹੋ ਮੁਰਸ਼ਦ, ਤੁਹਾਡੀ ਹਾਜ਼ਰੀ ਵਿੱਚ ਮੈਂ ਇਹ ਅਸੀਸ ਕਿਵੇਂ ਦੇ ਸਕਦਾ ਹਾਂ? ਤਦ ਦੋਵਾਂ ਨੇ ਰਲ ਕੇ ਅਸੀਸਾਂ ਦਿੱਤੀਆਂ। ਚਿਸ਼ਤੀ ਸਿਲਸਿਲੇ ਵਿੱਚ ਇਹ ਕਰਾਮਾਤ ਪਹਿਲੀ ਵਾਰ ਹੋਈ ਕਿ ਇੱਕ ਮੁਰੀਦ ਨੂੰ ਮੁਰਸ਼ਦ ਅਤੇ ਮੁਰਸ਼ਦ ਦੇ ਮੁਰਸ਼ਦ ਤੋਂ ਇਕੱਠਿਆਂ ਵਰਦਾਨ ਮਿਲੇ ਹੋਣ। ਸਾਲ ਬਾਅਦ ਖਵਾਜਾ ਫਿਰ ਬਖਤਿਆਰ ਪਾਸ ਆਏ। ਬਖਤਿਆਰ ਦੇ ਸਾਰੇ ਮੁਰੀਦਾਂ ਨੂੰ ਵਾਰੋ ਵਾਰੀ ਅਸੀਸਾਂ ਦਿੱਤੀਆਂ। ਫਿਰ ਪੁੱਛਿਆ, ਕੋਈ ਹੋਰ ਵੀ ਸ਼ਾਗਿਰਦ ਹੈ? ਬਖਤਿਆਰ ਨੇ ਕਿਹਾ, ਹਾਂ ਜੀ, ਇੱਕ ਹੈ, ਫਰੀਦ, ਉਹ ਚਲੀਹਾ ਕੱਟ ਰਿਹਾ ਹੈ। ਮੁਈਦੀਨ ਨੇ ਕਿਹਾ, ਚਲੋ ਦੇਖਦੇ ਹਾਂ। ਖਾਨਗਾਹ ਦਾ ਦਰਵਾਜ਼ਾ ਖੋਲ੍ਹਿਆ। ਫਰੀਦ ਸੰਜਮ ਨਾਲ ਖਾਣ ਪੀਣ ਅਤੇ ਨਿਰੰਤਰ ਬੰਦਗੀ ਕਰਦਾ ਕਰਦਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉੱਠ ਕੇ ਸਵਾਗਤ ਕਰਨ ਲੱਗਾ ਤਾਂ ਉੱਠਿਆ ਨਾ ਗਿਆ। ਬੈਠਿਆਂ ਬੈਠਿਆਂ ਮੱਥਾ ਧਰਤੀ 'ਤੇ ਟਿਕਾ ਦਿੱਤਾ। ਹੰਝੂਆਂ ਦੀ ਬਰਸਾਤ ਹੋਣ ਲੱਗੀ। ਮੁਈਦੀਨ ਨੇ ਕਿਹਾ, ਹੋਰ ਕਿੰਨਾ ਚਿਰ ਇਸ ਗਰੀਬ ਨੂੰ ਭੱਠੀ ਵਿੱਚ ਬਾਲਣਾ ਹੈ? ਹੁਣ ਬਖਸ਼ਿਸ਼ਾਂ ਕਰੋ ਬਖਤਿਆਰ। ਬਾਬਾ ਫਰੀਦ ਜੀ ਦੀਆਂ ਸਾਖੀਆਂ ਸਾਡੇ ਪਾਸ ਸ਼ੇਖ ਨਿਜ਼ਾਮੁਦੀਨ ਰਾਹੀਂ ਪ੍ਰਗਟ ਹੋਈਆਂ ਹਨ। ਇਹਨਾਂ ਸਾਖੀਆਂ ਵਿੱਚੋਂ ਸਦਾਚਾਰ, ਹਲੀਮੀ, ਮਿਠਾਸ, ਸਬਰ, ਸ਼ੁਕਰ ਅਤੇ ਕਰਾਮਾਤੀ ਅੰਸ਼ ਮਿਲਦੇ ਹਨ। ਕੁਝ ਪਾਠਕ ਕਰਾਮਾਤ ਲਫ਼ਜ਼ ਪੜ੍ਹਦਿਆਂ ਤਰਬਕ ਉੱਠਦੇ ਹਨ, ਜਦੋਂ ਕਿ ਮੇਰੀ ਵਿੱਦਿਆ ਅਤੇ ਨਿਸ਼ਚਾ ਇਹ ਦੱਸਦਾ ਹੈ ਕਿ ਸੰਸਾਰ ਵਿੱਚ ਕਰਾਮਾਤਾਂ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ। ਇੱਕ ਮੁਰੀਦ ਆਪ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਕਹਿਣ ਲੱਗਾ, ਜੀ ਮੇਰਾ ਪਰਿਵਾਰ ਵੱਡਾ ਹੈ, 5 ਧੀਆਂ ਹਨ, ਗਰੀਬੀ ਹੈ, ਕੁਝ ਦਿਆ ਕਰੋ। ਮੇਰੀ ਇੱਕ ਧੀ ਅੰਨੀ ਹੈ। ਬਾਬਾ ਜੀ ਨੇ ਕਿਹਾ, ਜਾਓ ਸਬਰ ਕਰੋ। ਉਹ ਬੋਲਿਆ, ਤੁਹਾਡੀ ਇੱਕ ਸ਼ਹਿਜ਼ਾਦੀ ਅੰਨੀ ਹੁੰਦੀ ਫਿਰ ਤੁਹਾਨੂੰ ਪਤਾ ਲੱਗਦਾ ਕਿ ਦੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਸੇ ਨੂੰ ਮੇਰੀ ਬਾਂਹ ਫੜਾਓ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਸੁਲਤਾਨ ਅਲਾਉਦੀਨ ਖਿਲਜੀ ਦੇ ਸੈਨਾ ਦੇ ਵਜ਼ੀਰ ਜ਼ਫਰ ਖਾਨ ਦਾ ਪੋਤਰਾ ਦਰਬਾਰ ਵਿੱਚ ਮੱਥਾ ਟੇਕਣ ਆਇਆ। ਬਾਬਾ ਜੀ ਨੇ ਇਸ ਦੁਖੀ ਮੁਰੀਦ ਦੀ ਗੱਲ ਕੀਤੀ। ਉਸ ਨੇ ਕਿਹਾ, ਜੀ ਮੇਰਾ ਘਰ ਹਾਜ਼ਰ ਹੈ, ਮੈਂ ਇਸ ਪਰਿਵਾਰ ਦੀ ਖਿਦਮਤ ਕਰਾਂਗਾ। ਮੌਲਾਨਾ ਦੇ ਦਿਨ ਸੁੱਖ ਨਾਲ ਬੀਤਣ ਲੱਗੇ। ਹਾਂਸੀ ਤੋਂ ਸਾਈਂ ਬਖਤਿਆਰ ਕਾਕੀ ਨੇ ਆਪਣੀਆਂ ਨਿਸ਼ਾਨੀਆਂ ਦਿੱਲੀ ਬਾਬਾ ਫਰੀਦ ਪਾਸ ਭੇਜਣ ਦਾ ਹੁਕਮ ਦਿੱਤਾ, ਯਾਨੀ ਕਿ ਆਪਣੇ ਉੱਤਰਾਧਿਕਾਰੀ ਥਾਪ ਦਿੱਤੇ। ਲੋਕ ਵੱਡੀ ਗਿਣਤੀ ਵਿੱਚ ਦਰਸ਼ਨਾਂ ਲਈ ਆਉਣ ਲੱਗੇ। ਬੰਦਗੀ ਵਿੱਚ ਵਿਘਨ ਪੈਣ ਲੱਗਾ ਤਾਂ ਫੈਸਲਾ ਕੀਤਾ ਕਿ ਦਿੱਲੀ ਸਾਡੇ ਲਈ ਠੀਕ ਨਹੀਂ, ਹਾਂਸੀ ਚੱਲਦੇ ਹਾਂ। ਹਾਂਸੀ ਜਾ ਕੇ ਵੀ ਉਹੀ ਹਾਲ ਹੋਇਆ। ਲੋਕ ਹਟਦੇ ਹੀ ਨਹੀਂ ਸਨ। ਪਤਾ ਲੱਗਾ ਕਿ ਅਯੋਧਨ ਪਾਕਿਸਤਾਨ ਦੇ ਲੋਕ ਗੁਸਤਾਖ, ਰੁੱਖੇ ਅਤੇ ਨਾਸਤਕ ਹਨ।
ਫਕੀਰਾਂ ਦੀ ਭੋਰਾ ਇੱਜ਼ਤ ਨਹੀਂ ਕਰਦੇ। ਫੈਸਲਾ ਹੋਇਆ ਕਿ ਅਯੋਧਨ ਚਲਿਆ ਜਾਵੇ। ਉੱਥੇ ਜਾ ਕੇ ਚੈਨ ਮਿਲਿਆ। ਕਹਿਣ ਲੱਗੇ, ਇਹ ਫਕੀਰਾਂ ਦੀ ਸਹੀ ਥਾਂ ਹੈ। ਇੱਥੇ ਇੱਕ ਵੱਡੇ ਕਰੀਰ ਹੇਠ ਆਸਣ ਜਮਾ ਲਿਆ ਅਤੇ ਬੰਦਗੀ ਕਰਨ ਲੱਗੇ। ਕਈ ਵਾਰ ਸੁਨੇਹਾ ਮਿਲਦਾ, ਜੀ ਆਪ ਜੀ ਦੀ ਪਤਨੀ ਨੇ 3 ਦਿਨ ਤੋਂ ਕੁਝ ਨਹੀਂ ਖਾਧਾ ਹੈ। ਜੀ ਆਪ ਦੇ ਫਲਾਣੇ ਸ਼ਹਿਜ਼ਾਦੇ ਨੂੰ 2 ਦਿਨਾਂ ਤੋਂ ਖਾਣ ਲਈ ਕੁਝ ਨਸੀਬ ਨਹੀਂ ਹੋਇਆ। ਪਰ ਆਪ ਅਡੋਲ ਬੰਦਗੀ ਵਿੱਚ ਲੀਨ ਰਹਿੰਦੇ। ਇਹਨਾਂ ਸੁਨੇਹਿਆਂ ਨਾਲ ਕੋਈ ਫਰਕ ਨਾ ਪੈਂਦਾ। ਰੱਬ ਨੇ ਬਰਕਤਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਰਮਜ਼ਾਨ ਦੇ ਦਿਨੀ ਇੱਕ ਕਲੰਦਰ ਬਾਬਾ ਜੀ ਦੇ ਦਰਸ਼ਨ ਕਰਨ ਖਾਨਗਾਹ ਵਿੱਚ ਪੁੱਜਾ। ਬਾਬਾ ਜੀ ਦੀ ਬੰਦਗੀ ਵਿੱਚ ਲੀਨ ਸਨ। ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਹੁਕਮ ਸੀ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਦਰਵਾਜ਼ੇ 'ਤੇ ਦਸਤਕ ਨਹੀਂ ਦੇਣੀ। ਝੌਂਪੜੀ ਦੇ ਬਾਹਰ ਚਟਾਈ ਵਿਛੀ ਪਈ ਸੀ, ਜਿਸ ਉੱਤੇ ਬੈਠ ਕੇ ਬਾਬਾ ਜੀ ਬੰਦਗੀ ਕਰਿਆ ਕਰਦੇ ਸਨ। ਕਲੰਦਰ ਉਸ ਉੱਪਰ ਬੈਠ ਗਿਆ। ਬੇਸ਼ੱਕ ਇਹ ਗੁਸਤਾਖੀ ਸੀ, ਪਰ ਉਸ ਵਕਤ ਡਿਊਟੀ 'ਤੇ ਹਾਜ਼ਰ ਸ਼ੇਖ ਬਦਰੁਦੀਨ ਇਸਹਾਕ ਨੇ ਬੇਅਦਬੀ ਦੇ ਡਰੋਂ ਕੁਝ ਨਾ ਕਿਹਾ। ਕਲੰਦਰ ਨੂੰ ਖਾਣਾ ਖਵਾਇਆ। ਫਿਰ ਉਸਨੇ ਚੋਲੇ ਵਿੱਚੋਂ ਭੰਗ ਕੱਢੀ ਅਤੇ ਠੂਠੇ ਵਿੱਚ ਘੋਟਣ ਲੱਗਾ। ਛਿੱਟੇ ਪਾਕ ਮੁਸੱਲੇ ਉੱਪਰ ਡਿੱਗਣ ਲੱਗੇ। ਇਸਹਾਕ ਨੇ ਇਸ ਹਰਕਤ ਦਾ ਬੁਰਾ ਮਨਾਇਆ ਤਾਂ ਕਲੰਦਰ ਗੁੱਸੇ ਵਿੱਚ ਆ ਗਿਆ। ਉਸ ਨੂੰ ਮਾਰਨ ਲਈ ਇਹੋ ਠੂਠਾ ਚੁੱਕ ਲਿਆ। ਬਾਬਾ ਜੀ ਕੋਠੜੀ ਵਿੱਚੋਂ ਬਾਹਰ ਆਏ। ਕਲੰਦਰ ਦਾ ਹੱਥ ਫੜ ਕੇ ਕਹਿਣ ਲੱਗੇ, ਮੇਰੀ ਅਰਜ਼ ਮੰਨ ਕੇ ਬਖਸ਼ ਦੇ। ਕਲੰਦਰ ਨੇ ਕਿਹਾ, ਦਰਵੇਸ਼ ਹੱਥ ਚੁੱਕਿਆ ਤਾਂ ਨਹੀਂ ਕਰਦੇ, ਪਰ ਚੁੱਕ ਲੈਣ ਤਾਂ ਵਾਰ ਕਰਨਾ ਲਾਜ਼ਮੀ ਹੈ। ਬਾਬਾ ਜੀ ਨੇ ਕਿਹਾ, ਕੰਧ 'ਤੇ ਮਾਰ। ਅਤੇ ਕਲੰਦਰ ਨੇ ਕੰਧ 'ਤੇ ਠੂਠਾ ਮਾਰਿਆ ਅਤੇ ਕੰਧ ਢਹਿ ਢੇਰੀ ਹੋ ਗਈ। ਜਿਸ ਉੱਪਰ ਵਧੀਕ ਮਿਹਰਬਾਨ ਹੁੰਦਾ ਹੈ, ਬਾਬਾ ਫਰੀਦ ਉਸ ਨੂੰ ਅਸੀਸਾਂ ਦਿਆ ਕਰਦੇ। ਰੱਬ ਤੇਰੇ ਦਿਲ ਵਿੱਚ ਦਰਦ ਪੈਦਾ ਕਰੇ। ਆਏ ਮੁਰੀਦਾਂ ਦੀਆਂ ਤਕਲੀਫਾਂ ਦੁੱਖ ਸੁਣਦਿਆਂ ਉਹਨਾਂ ਦੀਆਂ ਅੱਖਾਂ ਭਿੱਜੀਆਂ ਰਹਿੰਦੀਆਂ। ਕਿਹਾ ਕਰਦੇ, ਅੱਲਾ ਦਾ ਨਾਮ ਲਵੋ, ਬੰਦਗੀ ਕਰੋ, ਭਰੋਸਾ ਰੱਖੋ, ਮਾਲਕ ਮਦਦਗਾਰ ਹੈ। ਉਹਨਾਂ ਦਾ ਪਿਆਰਾ ਮੁਰੀਦ ਮੁਹੰਮਦ ਸ਼ਾਹ ਆਇਆ। ਬਾਬਾ ਜੀ ਨੇ ਪੁੱਛਿਆ, ਇੰਨਾ ਉਦਾਸ, ਇੰਨਾ ਦੁਖੀ ਕਿਉਂ ਹੈ? ਮੁਹੰਮਦ ਨੇ ਕਿਹਾ, ਜਦੋਂ ਮੈਂ ਪਰਿਵਾਰ ਛੱਡ ਕੇ ਪਾਸ ਆਇਆ, ਘਰ ਮੇਰਾ ਬਿਮਾਰ ਭਰਾ ਮਰਨ ਕਿਨਾਰੇ ਸੀ। ਹੁਣ ਤੱਕ ਤਾਂ ਉਹ ਜਹਾਨ ਵਿੱਚੋਂ ਜਾ ਚੁੱਕਿਆ ਹੋਵੇਗਾ ਯਕੀਨਨ। ਬਾਬਾ ਜੀ ਨੇ ਫਰਮਾਇਆ, ਜਿਹੜੀ ਤੇਰੀ ਇਸ ਵਕਤ ਹੈ, ਮੇਰੀ ਸਾਰੀ ਉਮਰ ਇਹੋ ਹਾਲਾਤ ਰਹੀ। ਬਸ ਮੈਂ ਕਿਸੇ ਨੂੰ ਦੱਸੀ ਨਹੀਂ ਇਹ ਗੱਲ ਕਦੀ। ਕਹਿੰਦੇ ਹਨ ਕਿ ਅਯੋਧਨ ਵਿੱਚ 2 ਭਰਾ ਮੁਨਸ਼ੀ ਸਨ। ਇੱਕ ਦੇ ਮਨ ਵਿੱਚ ਅਜਿਹਾ ਵੈਰਾਗ ਪੈਦਾ ਹੋਇਆ ਕਿ ਨੌਕਰੀ ਛੱਡ ਕੇ ਬਾਬਾ ਜੀ ਦਾ ਮੁਰੀਦ ਹੋ ਗਿਆ। ਘਰ-ਬਾਰ, ਪਰਿਵਾਰ, ਜਾਇਦਾਦ ਆਪਣੇ ਭਰਾ ਦੇ ਸਪੁਰਦ ਕਰ ਦਿੱਤੇ। ਭਾਣਾ ਵਾਪਰਿਆ। ਦੁਨੀਆਦਾਰ ਭਰਾ ਬਿਮਾਰ ਹੋ ਗਿਆ। ਤਕਲੀਫ ਇੰਨੀ ਕਿ ਬਚਣ ਦੀ ਕੋਈ ਉਮੀਦ ਨਾ ਰਹੀ। ਫਕੀਰ ਭਰਾ ਦੌੜਦਾ ਹੋਇਆ ਬਾਬਾ ਫਰੀਦ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਆ ਕੇ ਵਿਰਲਾਪ ਕਰਨ ਲੱਗਾ ਕਿ ਜੋ ਮੇਰੇ ਭਰਾ ਨੂੰ ਕੁਝ ਹੋ ਗਿਆ ਹੈ ਤਾਂ ਮੈਂ ਕਾਸੇ ਜੋਗਾ ਨਹੀਂ ਰਹਾਂਗਾ। ਬਾਬਾ ਜੀ ਨੇ ਨੇੜੇ ਬੁਲਾਇਆ ਅਤੇ ਕਿਹਾ, ਤੇਰਾ ਭਰਾ ਠੀਕ ਹੈ, ਜਾ। ਘਰ ਜਾ ਕੇ ਉਸਨੇ ਦੇਖਿਆ ਤਾਂ ਭਰਾ ਠੀਕ ਹੋ ਗਿਆ। ਸ਼ੁਕਰਾਨਾ ਕਰਨ ਦੁਬਾਰਾ ਬਾਬਾ ਜੀ ਦੀ ਖਾਨਗਾਹ 'ਤੇ ਗਿਆ। ਬਾਬਾ ਜੀ ਨੇ ਫਰਮਾਇਆ, ਭਰੋਸਾ ਰੱਖਿਆ ਕਰੋ। ਦੁੱਖ ਤਕਲੀਫਾਂ ਆ ਵੀ ਜਾਣ ਤਾਂ ਕੁਰਲਾਈ ਦਾ ਨਹੀਂ ਹੁੰਦਾ। ਕਿ ਸਾਡੇ ਉੱਪਰ ਕਦੀ ਕੋਈ ਬਿਪਤਾ ਨਹੀਂ ਆਈ? ਅਸੀਂ ਹੌਕਾ ਤੱਕ ਨਹੀਂ ਲੈਂਦੇ। ਸਬਰ ਅਤੇ ਸ਼ੁਕਰ ਕਰਨ ਦੀ ਆਦਤ ਪਾਓ। ਖੁਸ਼ੀ ਦੇ ਮੌਕੇ ਕਿਉਂ, ਦੁੱਖ ਦੇ ਮੌਕੇ ਵੀ ਸ਼ੁਕਰਾਨਾ ਕਰੀਦਾ ਹੈ। ਉਹ ਜੋ ਵੀ ਭੇਜੇ ਉਸ ਦਾ ਸਵਾਗਤ ਕਰੋ। ਸ਼ੇਖ ਫਰੀਦ ਦੇ ਮੁਰੀਦ ਰਾਤੀ ਸੁੱਤੇ ਪਏ ਸਨ। ਬਾਬਾ ਜੀ ਸਿਮਰਨ ਕਰਦੇ ਟਹਿਲ ਰਹੇ ਸਨ। ਨੀਂਦ ਅਜੇ ਦੂਰ ਸੀ। ਉਹਨਾਂ ਦਾ ਸਭ ਤੋਂ ਛੋਟਾ ਬੇਟਾ ਨਿਜ਼ਾਮੁਦੀਨ ਸੀ, ਜਿਸ ਨੂੰ ਉਹ ਬੜਾ ਲਾਡ ਕਰਦੇ ਸਨ। ਇਸ ਲਾਡ ਸਦਕਾ ਉਹ ਕਈ ਵਾਰੀ ਗੁਸਤਾਖ ਵੀ ਹੋ ਜਾਂਦਾ ਸੀ, ਪਰ ਬਾਬਾ ਜੀ ਨਜ਼ਰ ਅੰਦਾਜ਼ ਕਰ ਦਿੰਦੇ। ਤਕਰੀਬਨ ਅੱਧੀ ਰਾਤ ਦਾ ਵਕਤ ਸੀ। ਬਾਬਾ ਜੀ ਆਪਣੇ ਬੇਟੇ ਦੇ ਨਜ਼ਦੀਕ ਗਏ ਅਤੇ ਆਵਾਜ਼ ਮਾਰੀ, ਨਿਜ਼ਾਮ। ਨਿਜ਼ਾਮ ਸੁੱਤਾ ਰਿਹਾ, ਪਰ ਸ਼ੇਖ ਨਿਜ਼ਾਮੁਦੀਨ ਤੁਰੰਤ ਖੜ੍ਹੇ ਹੋ ਗਏ ਅਤੇ ਨਿਮਰਤਾ ਨਾਲ ਝੁਕ ਕੇ ਕਿਹਾ, ਹੁਕਮ ਹਜ਼ੂਰ। ਬਾਬਾ ਜੀ ਨੇ ਕਿਹਾ, ਨਹੀਂ ਭਾਈ, ਤੁਹਾਨੂੰ ਨਹੀਂ, ਮੈਂ ਇਸ ਨਿਜ਼ਾਮ ਨੂੰ ਆਵਾਜ਼ ਮਾਰੀ ਸੀ। ਫਿਰ ਟਹਿਲਦੇ ਰਹੇ। ਅੱਧੇ ਪਹਿਰ ਦੇ ਬਾਅਦ ਫਿਰ ਆਵਾਜ਼ ਮਾਰੀ, ਨਿਜ਼ਾਮੁਦੀਨ। ਇਸ ਵਾਰ ਵੀ ਉਹਨਾਂ ਦਾ ਬੇਟਾ ਸੁੱਤਾ ਰਿਹਾ ਅਤੇ ਸ਼ੇਖ ਨਿਜ਼ਾਮੁਦੀਨ ਖਲੋ ਗਿਆ। ਅਦਬ ਨੇ ਕਿਹਾ, ਮਾਲਕ ਕੀ ਆਗਿਆ ਹੈ? ਬਾਬਾ ਜੀ ਨੇ ਕਿਹਾ, ਨਹੀਂ ਉਹ ਭਾਈ,
ਤੁਸੀਂ ਆਰਾਮ ਕਰੋ। ਸ਼ੇਖ ਨਿਜ਼ਾਮੂਦੀਨ ਨੇ ਕਿਹਾ। ਬਾਬਾ ਜੀ, ਕੋਈ ਕੰਮ ਆਖਣਾ ਹੈ ਤੁਸੀਂ? ਨਿਜ਼ਾਮ ਨੂੰ ਕਾਸ ਲਈ ਉਠਾਉਣਾ ਹੈ? ਮੈਨੂੰ ਹੁਕਮ ਕਰੋ, ਮੈਂ ਕਰਦਾ ਹਾਂ। ਬਾਬਾ ਜੀ ਨੇ ਕਿਹਾ, ਨਹੀਂ, ਕੋਈ ਕੰਮ ਨਹੀਂ, ਤੁਸੀਂ ਸੌਂ ਜਾਓ। ਫਿਰ ਟਹਿਲਦੇ ਰਹੇ। ਅੰਮ੍ਰਿਤ ਵੇਲਾ ਹੋ ਗਿਆ। ਆਪਣੇ ਬੇਟੇ ਨਿਜ਼ਾਮ ਦੇ ਨਜ਼ਦੀਕ ਗਏ ਅਤੇ ਕਿਹਾ, ਨਿਜ਼ਾਮੂਦੀਨ। ਉਹ ਸੁੱਤਾ ਨਾ ਜਾਗਿਆ। ਹਜ਼ਰਤ ਨਿਜ਼ਾਮੂਦੀਨ ਨੇ ਹੱਥ ਜੋੜ ਕੇ ਕਿਹਾ, ਹੁਕਮ ਮਾਲਕ। ਬਾਬਾ ਜੀ ਮੁਸਕਰਾਏ ਅਤੇ ਫਰਮਾਇਆ, ਜਿਸ ਨੂੰ ਕੁਝ ਦੇਣ ਦਾ ਮਨ ਸੀ ਉਹ ਲੈਣ ਦਾ ਇੱਛੁਕ ਹੀ ਨਹੀਂ। ਇੱਕ ਤੂੰ ਹੈ ਜੋ ਖੋਹ ਰਿਹਾ ਹੈ ਜ਼ਬਰਨ। ਠੀਕ ਹੈ, ਫਿਰ ਪਰਵਰਦਗਾਰ ਨੂੰ ਜੇ ਐਵੇਂ ਮਨਜ਼ੂਰ ਹੈ ਤਾਂ ਐਵੇਂ ਸਹੀ। ਇਹ ਆਖ ਸ਼ੇਖ ਨਿਜ਼ਾਮੂਦੀਨ ਦੇ ਸਿਰ 'ਤੇ ਹੱਥ ਰੱਖਿਆ। ਬਖਸ਼ਿਸ਼ਾਂ ਦੀ ਰਹਿਮਤ ਹੋਈ। ਇੱਕ ਹੋਰ ਦਿਨ ਇਸੇ ਤਰ੍ਹਾਂ ਹੀ ਹੋਇਆ। ਬਦਰੁਦੀਨ ਇਸਹਾਕ ਬਾਬਾ ਜੀ ਦਾ ਨਿੱਜੀ ਟਹਿਲੀਆ ਕਿਤੇ ਦੂਸਰੇ ਪਿੰਡ ਗਿਆ ਹੋਇਆ ਸੀ। ਉਸ ਦੀ ਥਾਂ ਸ਼ੇਖ ਨਿਜ਼ਾਮੂਦੀਨ ਨੇ ਡਿਊਟੀ ਸੰਭਾਲ ਲਈ। ਇਸਹਾਕ ਦੱਸ ਗਿਆ ਸੀ ਕਿ ਦਰਵਾਜ਼ੇ ਦੇ ਬਾਹਰ ਬੈਠੀ ਦਾ ਹੈ। ਬਾਬਾ ਜੀ ਦੀ ਆਵਾਜ਼ ਮਾਰਨ ਤਾਂ ਹਾਜ਼ਰ ਹੋ ਜਾਓ। ਕੋਈ ਮਿਲਣ ਆਵੇ ਤਾਂ ਬੈਠਣ ਲਈ ਕਹੋ। ਅੰਦਰ ਝਾਤ ਮਾਰਦੇ ਰਹੋ। ਜੇ ਬਾਬਾ ਜੀ ਟਹਿਲਣ ਲੱਗ ਜਾਣ ਤਾਂ ਅੰਦਰ ਖਬਰ ਦੇ ਦਿਓ ਕਿ ਫਲਾਣਾ ਮਿਲਣ ਆਇਆ ਹੈ। ਸ਼ੇਖ ਨਿਜ਼ਾਮੂਦੀਨ ਪਹਿਰੇ 'ਤੇ ਬੈਠਾ ਸੀ ਕਿ ਅੰਦਰੋਂ ਬਾਬਾ ਜੀ ਦੇ ਗੁਣਗੁਣਾਉਣ ਦੀ ਆਵਾਜ਼ ਸੁਣੀ। ਝਾਤ ਮਾਰੀ। ਬਾਬਾ ਜੀ ਬਹੁਤ ਪ੍ਰਸੰਨ ਵਿਸਮਾਦਿਕ ਅਵਸਥਾ ਵਿੱਚ ਗੁਣਗੁਣਾ ਰਹੇ ਸਨ। ਮਕਸੂਦ ਮਨ ਬੰਦਾਏ ਜੀ ਕਨੀਨ ਤੁਈ, ਅਜ਼ ਬਹਾਰ ਤੂੰ ਮੀਰਮ, ਅਜ਼ ਬਰਾਏ ਤੂੰ ਜ਼ੀਅਮ। ਤੇਰੀ ਤਾਂਗ ਵਿੱਚ ਤੇਰੇ ਕਦਮਾਂ ਦੀ ਧੂੜ ਬਣ ਕੇ ਜੀਆਂ। ਦੋਹਾਂ ਜਹਾਨਾਂ ਵਿੱਚ ਤੇਰੀ ਲੋੜ ਹੈ ਮੈਨੂੰ। ਤੇਰੇ ਲਈ ਮਰਾਂ, ਤੇਰੇ ਲਈ ਜੀਆਂ। ਨਿਜ਼ਾਮੂਦੀਨ ਨੇ ਸੋਚਿਆ, ਹੁਣ ਅੰਦਰ ਜਾਣ ਦਾ ਵੇਲਾ ਹੈ। ਹੁਣ ਰਹਿਮਤਾਂ ਦੇ ਦਰ ਖੁੱਲ੍ਹਣਗੇ। ਫਿਰ ਸੋਚਣ ਲੱਗਾ, ਕਿਤੇ ਨਾਰਾਜ਼ ਨਾ ਹੋ ਜਾਣ। ਜਾਵਾਂ ਤਾਂ ਕੀ ਪਤਾ ਬਰਕਤਾਂ ਝੋਲੀ ਵਿੱਚ ਪੈ ਜਾਣ, ਪਰ ਜੇ ਗੁਸਤਾਖੀ ਸਮਝ ਲਈ ਤਾਂ ਖਿਮਾ ਮੰਗ ਲਵਾਂਗਾ। ਮਿਹਰਬਾਨ ਤਾਂ ਉਹ ਹਨ ਹੀ, ਬਖਸ਼ ਦੇਣਗੇ। ਸਹਿਜੇ ਸਹਿਜੇ ਉਹਨਾਂ ਦੇ ਨਜ਼ਦੀਕ ਚਲਾ ਗਿਆ। ਬਾਬਾ ਫਰੀਦ ਪੱਛਮ ਵੱਲ ਕਾਬੇ ਵੱਲ ਮੂੰਹ ਕਰਕੇ ਉੱਪਰਲੇ ਸ਼ੇਰ ਗੁਣਗੁਣਾ ਰਹੇ ਸਨ। ਬਾਬਾ ਜੀ ਦੀ ਨਜ਼ਰ ਨਿਜ਼ਾਮੂਦੀਨ ਉੱਤੇ ਪਈ ਤਾਂ ਫਰਮਾਇਆ, ਵੇਲੇ ਸਿਰ ਆਇਆ, ਜੋ ਤੇਰੇ ਦਿਲ ਵਿੱਚ ਹੈ ਮੰਗ ਲੈ। ਨਿਜ਼ਾਮੂਦੀਨ ਨੇ ਕਿਹਾ, ਮਿਹਰਬਾਨ ਹੋਏ ਹੋ ਬਾਬਾ ਜੀ, ਤਾਕਤ ਦਿਓ ਕਿ ਮੈਂ ਦੀਨ ਦੇ ਰਸਤੇ ਤੋਂ ਕਦੀ ਭਟਕਾਂ ਨਾ। ਬਾਬਾ ਜੀ ਨੇ ਅਸੀਸ ਦਿੱਤੀ। ਇਹੋ ਹੋਏਗਾ ਨਿਜ਼ਾਮੂਦੀਨ, ਇਹੋ ਹੋਏਗਾ। ਧਰੂ ਤਾਰੇ ਵਾਂਗ ਤੂੰ ਅਡੋਲ ਰਹੇਗਾ। ਇਸ ਘਟਨਾ ਬਾਬਤ ਦੱਸਦਿਆਂ ਪਿੱਛੋਂ ਹਜ਼ਰਤ ਨਿਜ਼ਾਮੂਦੀਨ ਆਪਣੇ ਮੁਰੀਦਾਂ ਨੂੰ ਕਿਹਾ ਕਰਦੇ ਸਨ, ਕਈ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਰਦਾ ਹੈ ਕਿ ਉਸ ਸਮੇਂ ਮੈਂ ਬਾਬਾ ਜੀ ਅੱਗੇ ਇਹ ਅਰਜ਼ ਕਿਉਂ ਨਾ ਕੀਤੀ ਕਿ ਮੇਰੇ ਆਖਰੀ ਸਾਹ ਕੀਰਤਨ ਕਰਦਿਆਂ ਕਰਦਿਆਂ ਚਲੇ ਜਾਣ। ਪਰ ਜੋ ਵੱਡੀ ਅਦਾਲਤ ਨੇ ਕਰਨਾ ਹੁੰਦਾ ਹੈ, ਫੈਸਲਾ ਉਹ ਹੁੰਦਾ ਹੈ ਭਇਓ। ਇਸ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਕਹਿੰਦੇ ਕਿ ਇੱਕ ਔਰਤ ਆਪ ਦੇ ਦਰਬਾਰ ਹਾਜ਼ਰ ਹੋਈ ਅਤੇ ਬੇਅਤ ਦੀ ਮੰਗ ਕੀਤੀ। ਬੇਅਤ ਇੱਕ ਪ੍ਰਣ ਦਾ ਨਾਮ ਹੈ ਕਿ ਮੈਂ ਦੀਨ ਦਾ ਤਾਬੇਦਾਰ ਰਹਾਂਗਾ। ਬਹੁਤ ਸਾਰੇ ਸੂਫੀ ਅਤੇ ਮੌਲਵੀ ਔਰਤਾਂ ਨੂੰ ਬੇਅਤ ਦਾ ਅਧਿਕਾਰ ਨਹੀਂ ਦਿੰਦੇ, ਪਰ ਚਿਸ਼ਤੀ ਸਿਲਸਿਲਾ ਇਹ ਵਿਤਕਰਾ ਨਹੀਂ ਕਰਦਾ ਸੀ। ਇੰਦਰਪ੍ਰਸਤ ਵਿੱਚ ਇੱਕ ਫਾਤਮਾ ਨਾਂ ਦੀ ਔਰਤ ਸੀਲ ਸੰਜਮ ਵਿੱਚ ਇੰਨੀ ਪਵਿੱਤਰ ਸੀ ਕਿ ਬਾਬਾ ਫਰੀਦ ਨੇ ਪ੍ਰਸੰਨ ਹੋ ਕੇ ਕਿਹਾ, ਔਰਤ ਦੇ ਜਾਮੇ ਵਿੱਚ ਇਹ ਤਾਂ ਰੱਬ ਨੇ ਮਰਦ ਭੇਜਿਆ ਹੈ। ਬਾਬੇ ਨੇ ਫਰਮਾਇਆ ਕਿ ਇੱਕ ਵਾਰ ਮੈਂ ਆਪਣੇ ਮੁਰਸ਼ਦ ਸਾਈਂ ਬਖਤਿਆਰ ਕਾਕੀ ਪਾਸ ਗਿਆ ਅਤੇ ਬੇਨਤੀ ਕਰਕੇ ਚਲੀਹਾ ਕੱਟਣ ਦੀ ਆਗਿਆ ਮੰਗੀ। ਆਪ ਨੇ ਕਿਹਾ, ਕੋਈ ਲੋੜ ਨਹੀਂ, ਸ਼ੋਹਰਤ ਖੱਟਣ ਵਾਸਤੇ ਲੋਕ ਚਲੀਹੇ ਕੱਟਦੇ ਹਨ, ਸਾਡੇ ਸਿਲਸਿਲੇ ਵਿੱਚ ਇਸ ਦਾ ਰਿਵਾਜ਼ ਨਹੀਂ। ਮੈਂ ਕਿਹਾ, ਜੀ ਮੈਂ ਸ਼ੋਹਰਤ ਖੱਟਣ ਵਾਸਤੇ ਆਗਿਆ ਨਹੀਂ ਮੰਗਦਾ। ਆਪ ਚੁੱਪ ਹੋ ਗਏ, ਕੋਈ ਉੱਤਰ ਨਾ ਦਿੱਤਾ। ਮੈਨੂੰ ਹੁਣ ਤੱਕ ਇਸ ਗੱਲ ਦਾ ਪਛਤਾਵਾ ਹੈ ਕਿ ਜਦੋਂ ਉਹਨਾਂ ਇਨਕਾਰ ਕਰ ਦਿੱਤਾ ਸੀ ਤਾਂ ਮੈਂ ਦੂਜਾ ਵਾਕ ਕਿਉਂ ਕਿਹਾ। ਇਹ ਗੁਸਤਾਖੀ ਮੈਥੋਂ ਹੋ ਗਈ ਸੀ। ਮੁਰਸ਼ਦ ਨੇ ਇੱਕ ਦਿਨ ਮੈਨੂੰ ਕਿਹਾ ਸੀ, ਪੀਰ ਮੁਰੀਦ ਦੀ ਕੰਘੀ ਹੁੰਦਾ ਹੈ। ਆਪ ਦੀ ਸੰਗਤ ਵਿੱਚ ਇੱਕ ਅਜਨਬੀ ਆਇਆ ਅਤੇ ਆਉਣ ਸਾਰ ਬਕਵਾਸ ਕਰਨ ਲੱਗਾ। ਬਾਬਾ ਜੀ ਦੀ ਸ਼ਾਨ ਦੇ ਖਿਲਾਫ ਬੋਲਦਾ ਰਿਹਾ। ਬਾਬਾ ਜੀ ਨੇ ਕੋਈ ਉਜ਼ਰ ਇਤਰਾਜ਼ ਨਾ ਕੀਤਾ, ਸ਼ਾਂਤ ਸੁਣਦੇ ਰਹੇ। ਆਖਰ ਉਹ ਬੰਦਾ ਇਹ ਲਫ਼ਜ਼ ਕਹਿ ਕੇ ਚਲਾ ਗਿਆ, ਜਦੋਂ ਤੱਕ ਜਹਾਨ ਕਾਇਮ ਰਹੇਗਾ ਮੇਰੇ ਗੁਨਾਹ ਅਤੇ ਤੁਹਾਡੀ ਦਰਿਆਦਿਲੀ ਉਦੋਂ ਤੱਕ ਕਾਇਮ ਰਹਿਣਗੇ। ਰੋਜ਼ਿਆਂ ਦੇ ਦਿਨਾਂ 'ਚ ਬਾਬਾ ਜੀ ਬਿਮਾਰ ਹੋ ਗਏ, ਸੋ ਰੋਜ਼ਾ ਛੱਡਣਾ ਪਿਆ। ਖਰਬੂਜਾ ਮੰਗਵਾਇਆ।
ਇੱਕ ਫਾੜੀ ਮੈਨੂੰ ਫੜਾਈ। ਮੈਂ ਰੋਜ਼ਾ ਤੋੜਨ ਦਾ ਇੱਛੁਕ ਨਹੀਂ ਸਾਂ, ਪਰ ਮੁਰਸ਼ਿਦ ਦਾ ਹੁਕਮ ਵੀ ਨਹੀਂ ਮੋੜਿਆ ਜਾ ਸਕਦਾ ਸੀ। ਸੋਚਿਆ ਗੁਨਾਹ ਬਖਸ਼ਾਉਣ ਲਈ 2 ਮਹੀਨੇ ਹੋਰ ਰੋਜ਼ੇ ਰੱਖ ਲਵਾਂਗਾ, ਪਰ ਬਾਬਾ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ। ਮੈਂ ਫਾੜੀ ਖਾਣ ਹੀ ਵਾਲਾ ਸਾਂ ਕਿ ਆਪ ਨੇ ਰੋਕਦਿਆਂ ਕਿਹਾ, ਤੂੰ ਨਾ ਖਾ, ਬਿਮਾਰ ਹੋਣ ਕਾਰਨ ਮੈਨੂੰ ਤਾਂ ਖਾਣ ਦੀ ਛੋਟ ਹੈ, ਤੇਰੇ ਲਈ ਠੀਕ ਨਹੀਂ। ਮੈਂ ਸ਼ੁਕਰਾਨਾ ਕੀਤਾ। ਇੱਕ ਦਿਨ ਮੁਹੰਮਦ ਨਾਮ ਦਾ ਬੰਦਾ ਆਪ ਪਾਸ ਬੈਠਾ ਸੀ ਕਿ ਖਾਣੇ ਦਾ ਵਕਤ ਹੋ ਗਿਆ। ਝੌਂਪੜੀ ਵਿੱਚ ਅਜਿਹਾ ਕੋਈ ਕੱਪੜਾ ਨਹੀਂ ਸੀ ਕਿ ਵਿਛਾ ਕੇ ਦਸਤਾਰਖਾਨੇ ਵਜੋਂ ਵਰਤ ਲਿਆ ਜਾਂਦਾ। ਮੁਹੰਮਦ ਦੇ ਦਿਲ ਵਿੱਚ ਖਿਆਲ ਆਇਆ ਕਿ ਬਾਬਾ ਜੀ ਦਸਤਾਰਖਾਨ 'ਤੇ ਸੁਸ਼ੋਭਿਤ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜ਼ਮੀਨ 'ਤੇ ਬੈਠੇ ਖਾਣਾ ਖਾਂਦੇ ਠੀਕ ਨਹੀਂ ਲੱਗਦੇ। ਬਾਬਾ ਜੀ ਨੇ ਉਂਗਲ ਨਾਲ ਰੇਤ ਉੱਪਰ ਦਾਰਾ ਵਾਹਿਆ ਅਤੇ ਕਿਹਾ, ਇਹ ਰਿਹਾ ਮੇਰਾ ਦਸਤਾਰਖਾਨ। ਮੁਹੰਮਦ ਭਰਾ ਪ੍ਰਸ਼ਾਦ ਛਕ। ਆਰਿਫ ਬਾਬਾ ਜੀ ਦੀ ਹਮ ਉਮਰ ਅਤੇ ਹਮ ਜਮਾਤੀ ਸੀ, ਦੋਸਤ ਸੀ ਬਚਪਨ ਦਾ। ਮੁਲਤਾਨ ਦੇ ਮਾਲਕ ਨੇ ਉਸ ਨੂੰ ਬੁਲਾ ਕੇ ਕਿਹਾ, ਬਾਬਾ ਜੀ ਇਸ ਵੇਲੇ ਹਾਂਸੀ ਵਿੱਚ ਹਨ, ਸਾਡੀ ਅਰਜ਼ ਤਾਂ ਉਹਨਾਂ ਮੰਨਣੀ ਨਹੀਂ, ਤੁਸੀਂ ਉਹਨਾਂ ਦੇ ਬਚਪਨ ਦੇ ਸਕੇ ਹੋ। ਜਾਓ ਆਖੋ ਕਿ ਬਾਬਾ ਜੀ ਮੁਲਤਾਨ ਦੀਆਂ ਗਲੀਆਂ ਵਿੱਚ ਖੇਡਦੇ ਖੇਡਦੇ ਤੁਸੀਂ ਵੱਡੇ ਹੋਏ ਹੋ। ਉਹ ਗਲੀਆਂ ਤੁਹਾਡੇ ਦੀਦਾਰ ਵਾਸਤੇ ਸਹਿਕ ਰਹੀਆਂ ਹਨ। ਕਿਰਪਾ ਕਰੋ ਅਤੇ ਮੁਲਤਾਨ ਦੀ ਇੱਕ ਫੇਰੀ ਪਾਓ। ਮਲਿਕ ਨੇ ਉਸ ਨੂੰ ਘੋੜਾ ਦਿੱਤਾ, ਰਸਤੇ ਵਿੱਚ ਖਾਣ ਪੀਣ ਲਈ ਸਮੱਗਰੀ ਦਿੱਤੀ ਅਤੇ ਇੱਕ ਥੈਲੀ ਵਿੱਚ 100 ਮੋਹਰਾਂ ਪਾ ਕੇ ਦਿੱਤੀਆਂ ਕਿ ਇਹ ਸਾਡੇ ਵੱਲੋਂ ਨਜ਼ਰਾਨਾ ਉਹਨਾਂ ਦੇ ਚਰਨਾਂ ਵਿੱਚ ਰੱਖ ਦੇਣਾ ਅਤੇ ਇੱਕ ਥੈਲੀ ਰੱਖ ਦੇਣਾ। ਆਰਿਫ ਅਗਲੇ ਦਿਨ ਹਾਂਸੀ ਵੱਲ ਤੁਰ ਪਿਆ ਅਤੇ ਤੁਰਨ ਤੋਂ ਪਹਿਲਾਂ 50 ਮੋਹਰਾਂ ਥੈਲੀ ਵਿੱਚੋਂ ਕੱਢ ਕੇ ਘਰ ਰੱਖ ਗਿਆ। ਚਲੋ ਚੱਲ ਹਾਂਸੀ ਪੁੱਜ ਗਿਆ। ਘੋੜਾ ਰੁੱਖ ਨਾਲ ਬੰਨਿਆ। ਬਾਬਾ ਜੀ ਦੇਖਦੇ ਰਹੇ, ਪਛਾਣਦੇ ਰਹੇ ਅਤੇ ਕਿਹਾ, ਸ਼ਾਇਦ ਆਰਿਫ ਹੈ, ਆਪਣਾ ਗਰਾਈ ਭਰਾ। ਆਰਿਫ ਨੇ ਮੱਥਾ ਟੇਕਿਆ ਅਤੇ 50 ਮੋਹਰਾਂ ਵਾਲਾ ਥੈਲਾ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ। ਬਾਬਾ ਜੀ ਖੜ੍ਹੇ ਹੋ ਗਏ। ਆਰਿਫ ਨੂੰ ਜੱਫੀ ਵਿੱਚ ਲੈ ਕੇ ਕਹਿਣ ਲੱਗੇ, ਮੈਂ ਤਾਂ ਤੁਹਾਨੂੰ ਦੋਸਤ ਸਮਝਦਾ ਰਿਹਾ, ਪਰ ਤੁਸੀਂ ਤਾਂ ਮੇਰੇ ਭਰਾ ਨਿਕਲੇ ਆਰਿਫ, ਤੁਸੀਂ ਤਾਂ ਸਕੇ ਭਰਾ ਹੋ ਮੇਰੇ। ਆਰਿਫ ਨੂੰ ਗੱਲ ਦੀ ਸਮਝਣ ਲੱਗੀ ਅਤੇ ਕਿਹਾ, ਜੇ ਮੈਨੂੰ ਕੁਝ ਪਤਾ ਨਹੀਂ ਲੱਗਾ ਕਿ ਮੈਂ ਆਪ ਦਾ ਭਰਾ ਕਿਵੇਂ ਹਾਂ। ਬਾਬਾ ਜੀ ਨੇ ਕਿਹਾ, ਭਰਾ ਜੰਮਣ ਸਾਰ ਆਪਣੇ ਭਰਾ ਦੀ ਜਾਇਦਾਦ ਦੇ ਅੱਧ ਦਾ ਹਿੱਸੇਦਾਰ ਨਹੀਂ ਹੋ ਜਾਂਦਾ ਭਲਾ। ਸ਼ਰਮਿੰਦਗੀ ਨਾਲ ਆਰਿਫ ਕਹਿਣ ਲੱਗਾ, ਮਾफ़ ਕਰ ਦਿਓ ਬਾਬਾ ਜੀ, ਦਰਅਸਲ ਮੈਂ ਡਰ ਗਿਆ ਕਿ ਰਸਤੇ ਵਿੱਚ ਕਿਤੇ ਸਾਰਾ ਧਨ ਡਾਕੂ ਹੀ ਨਾ ਲੁੱਟ ਲੈਣ। ਇਸ ਕਰਕੇ ਸੋਚਿਆ ਕਿ ਜਦੋਂ ਤੁਸੀਂ ਮੁਲਤਾਨ ਆਓਗੇ ਬਾਕੀ ਰਕਮ ਉਦੋਂ ਆਪ ਦੀ ਨਜ਼ਰ ਕਰ ਦਿਆਂਗਾ। ਬਾਬਾ ਜੀ ਹੱਸ ਪਏ ਅਤੇ ਕੁਝ ਨਾ ਕਿਹਾ। ਝੌਂਪੜੀ ਦੇ ਦੁਆਲੇ ਕੰਧਾਂ ਨਹੀਂ ਸਨ। ਮੁਰੀਦਾਂ ਨੇ ਬੇਨਤੀ ਕੀਤੀ ਕਿ ਕੰਧਾਂ ਉਸਾਰ ਦਈਏ। ਬਾਬਾ ਜੀ ਨੇ ਨਾ ਕਰ ਦਿੱਤੀ। ਫਰੀਦ ਇੱਟ ਉੱਪਰ ਇੱਟ ਨਹੀਂ ਚਿਣਨ ਦੇਗਾ। ਮੁਰੀਦਾਂ ਨੇ ਕਿਹਾ, ਜੀ ਸੱਪ ਫਿਰਦੇ ਰਹਿੰਦੇ ਹਨ, ਦੁਰਘਟਨਾ ਹੋ ਜਾਏਗੀ। ਬਾਬਾ ਜੀ ਨੇ ਕਿਹਾ, ਕੋਈ ਨਹੀਂ, ਕਿਸੇ ਨੂੰ ਕੁੰਝਦਾ ਸੱਪ, ਬੇਖੌਫ ਰਹੋ। ਮੁਰੀਦਾਂ ਨੇ ਵਧੀਕ ਮਿੰਨਤਾਂ ਕੀਤੀਆਂ ਤਾਂ ਇਸ ਸ਼ਰਤ ਉੱਤੇ ਕੰਧ ਕਰਨ ਦੀ ਆਗਿਆ ਦਿੱਤੀ ਕਿ ਪੱਕੀ ਇੱਟ ਨਹੀਂ ਲੱਗਣੀ। ਟੋਭੇ ਵਿੱਚੋਂ ਆਪਾਂ ਸਾਰੇ ਰਲ ਕੇ ਡਲੇ ਪੁੱਟ ਕੇ ਲਿਆਵਾਂਗੇ। ਕੰਧਾਂ 1 ਗਜ਼ ਤੋਂ ਵਧੇਕ ਉੱਚੀਆਂ ਨਹੀਂ ਹੋਣਗੀਆਂ। ਇੱਕ ਵਾਰ ਆਪਣੇ ਮੁਰੀਦ ਸਿਰਾਜੂ ਦੌਲ ਕੋਲ ਅਬੋਹਰ ਗਿਆ ਹੋਇਆ ਸੀ। ਕਿਸੇ ਗੱਲ ਸਦਕਾ ਮੁਹੱਲੇ ਦੀਆਂ ਔਰਤਾਂ ਸਿਰਾਜੂਦੀਨ ਦੀ ਔਰਤਾਂ ਲੜ ਕੇ ਉਸ ਨੂੰ ਗਾਲਾਂ ਦੇਣ ਲੱਗ ਪਈਆਂ, ਉਸ ਉੱਪਰ ਦੂਸ਼ਣ ਲਾਉਣ ਲੱਗੀਆਂ। ਔਰਤ ਗੁੱਸੇ ਵਿੱਚ ਨਾ ਆਈ, ਪੁੱਛਿਆ, ਤੁਸੀਂ ਮੇਰੇ ਉੱਪਰ ਜਿਹੜੀਆਂ ਤੁਹਮਤਾਂ ਲਾ ਰਹੇ ਹੋ ਉਹ ਵਿਆਹ ਤੋਂ ਪਹਿਲਾਂ ਦੀਆਂ ਨੇ ਕਿ ਬਾਅਦ ਦੀਆਂ? ਇਹ ਗੱਲ ਸੰਗਤ ਨੂੰ ਸੁਣਾ ਕੇ ਬਾਬਾ ਫਰੀਦ ਜੀ ਨੇ ਕਿਹਾ, ਦੇਖਿਆ ਕਿੰਨੀ ਸੋਹਣੀ ਗੱਲ ਕਹੀ ਇਸ ਨੇਕ ਬਖਸ਼ ਬੀਬੀ ਨੇ। ਉਹ ਭੀੜਾਂ ਤੋਂ ਦੂਰ ਉਜਾੜਾਂ ਵਿੱਚ ਵਸੇਬਾ ਕਰ ਲੈਂਦੇ ਤਾਂ ਉੱਥੇ ਵੀ ਮੇਲੇ ਲੱਗ ਜਾਂਦੇ। ਅੱਧੀ ਰਾਤ ਦਰਵਾਜ਼ਾ ਬੰਦ ਕਰਦੇ ਸਾਂ। ਕੋਈ ਬੰਦਾ ਅਜਿਹਾ ਨਹੀਂ ਹੁੰਦਾ ਸੀ ਜਿਸ ਨੂੰ ਕੁਝ ਨਾ ਕੁਝ ਨਾ ਮਿਲਦਾ। ਆਪਣੇ ਪਾਸ ਕੁਝ ਰੱਖਦੇ ਹੀ ਨਹੀਂ ਸਨ। ਗਜ਼ਬ ਦਾ ਤਿਆਗ ਸੀ ਉਹਨਾਂ ਦਾ। ਆਦਮ ਜ਼ਾਤ ਵਿੱਚੋਂ ਕੌਣ ਉਹਨਾਂ ਵਰਗਾ ਹੋ ਸਕਦਾ? ਚਾਹੇ ਵਰਿਆਂ ਤੋਂ ਕੋਈ ਆਪ ਦਾ ਵਾਕਿਫ ਹੁੰਦਾ, ਚਾਹੇ ਅਜਨਬੀ, ਗੱਲ ਇੱਕੋ ਤਰ੍ਹਾਂ ਕਰਦੇ ਹਰੇਕ ਨਾਲ। ਜਿਹੜੀ ਗੱਲ ਸਭ ਦੇ ਸਾਹਮਣੇ ਆਖਣ ਯੋਗ ਨਾ ਹੁੰਦੀ ਉਹ ਇਕੱਲਿਆਂ ਵੀ ਨਹੀਂ ਕਰਦੇ ਸਨ। ਅੰਦਰੋਂ ਬਾਹਰੋਂ ਇੱਕੋ ਜਿਹੇ ਸਨ। ਬਾਬਾ ਫਰੀਦ ਇੰਨੀਆਂ ਮਿੱਠੀਆਂ ਅਤੇ ਮਿਹਰਬਾਨੀਆਂ ਨਾਲ ਭਰੀਆਂ ਗੱਲਾਂ ਸੁਣਦਿਆਂ ਕਈ ਬੰਦਿਆਂ ਦਾ ਦਿਲ ਕਰਦਾ ਕਿ ਇਸੇ ਅਵਸਥਾ ਵਿੱਚ ਪ੍ਰਾਣ ਨਿਕਲ ਜਾਣ ਤਾਂ ਕਿੰਨੀ ਚੰਗੀ ਕਿਸਮਤ ਹੋਵੇ।
ਹੋਰ ਕੀ ਰੱਖਿਆ ਇਸ ਦੁਨੀਆ ਵਿੱਚ। ਜਦੋਂ ਕਿਸੇ ਫਕੀਰ ਦਾ ਨਾਮ ਲੈ ਕੇ ਕੋਈ ਸੋਹਣੀ ਗੱਲ ਸੁਣਾਉਣ ਲੱਗਦਾ, ਸਾਨੂੰ ਉਦੋਂ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਦੀ ਖੁਦ ਦੀ ਸਾਖੀ ਹੈ, ਪਰ ਆਪਣਾ ਨਾਮ ਛੁਪਾ ਲੈਂਦੇ ਸਨ। ਜਿੰਨਾ ਮਰਜ਼ੀ ਛੁਪਾਉਣ, ਅਸੀਂ ਬੁੱਝ ਲੈਂਦੇ ਸੀ। 3 ਵੇਲੇ ਅਜਿਹੇ ਹਨ ਜਦੋਂ ਰੱਬੀ ਰਹਿਮਤਾਂ ਨਾਜ਼ਲ ਹੁੰਦੀ ਹੈ। ਪਹਿਲਾ ਵੇਲਾ ਹੈ ਕੀਰਤਨ ਦਾ, ਦੂਜਾ ਜਦੋਂ ਬੰਦਗੀ ਦੀ ਤਾਕਤ ਹਾਸਲ ਕਰਨ ਲਈ ਸੰਜਮ ਨਾਲ ਭਜਨ ਕੀਤਾ ਜਾਵੇ, ਅਤੇ ਤੀਜਾ ਰੁੱਸੇ ਦਰਵੇਸ਼ਾਂ ਦਾ ਰਾਜ਼ੀਨਾਮਾ ਹੋਣ ਵਕਤ ਤੱਕ। ਇੱਕ ਵਾਰ ਕੁਝ ਫਕੀਰ ਆਪ ਦੀ ਖਾਨਗਾਹ ਵਿੱਚ ਹਾਜ਼ਰ ਹੋ ਕੇ ਕਹਿਣ ਲੱਗੇ, ਹਜ਼ੂਰ, ਸਾਡਾ ਆਪਸ ਵਿੱਚ ਤਕਰਾਰ ਹੋ ਗਿਆ ਸੀ, ਅਸੀਂ ਇਹ ਅਰਜ਼ ਕਰਨ ਆਏ ਹਾਂ ਕਿ ਸਾਡੀ ਸੁਲ੍ਹਾ ਕਰਵਾ ਦਿਓ। ਸ਼ੇਖ ਫਰੀਦ ਜੀ ਨੇ ਮਸਲਾ ਮੇਰੇ ਸਪੁਰਦ ਕਰ ਦਿੱਤਾ। ਮੈਂ ਉਹਨਾਂ ਦਰਵੇਸ਼ਾਂ ਨੂੰ ਇੱਕ ਪਾਸੇ ਲੈ ਗਿਆ ਤਾਂ ਕਿ ਆਰਾਮ ਨਾਲ ਗੱਲ ਸੁਣ ਸਕਾਂ। ਮੇਰੇ ਨਾਲ ਇਸਹਾਕ ਵੀ ਸੀ। ਬੜੀ ਹਲੀਮੀ ਨਾਲ ਉਹ ਇਸ ਤਰ੍ਹਾਂ ਇੱਕ ਦੂਜੇ ਨਾਲ ਗੱਲ ਕਰਨ ਲੱਗੇ। ਉਸ ਦਿਨ ਤੁਸੀਂ ਮੈਨੂੰ ਇਹ ਗੱਲ ਕਹੀ ਸੀ, ਜਿਸ ਦੇ ਜਵਾਬ ਵਿੱਚ ਮੈਂ ਇਉਂ ਬੇਨਤੀ ਕੀਤੀ ਸੀ, ਤੁਸੀਂ ਉੱਤਰ ਦਿੰਦਿਆਂ ਇਉਂ ਫਰਮਾਇਆ ਤਾਂ ਮੈਨੂੰ ਤੁਹਾਡੀ ਗੱਲ ਪੂਰੀ ਸਮਝ ਵਿੱਚ ਨਹੀਂ ਆਈ, ਜਿਸ ਕਰਕੇ ਜਵਾਬ ਉਲਟ ਪੁਲਟ ਦੇ ਬੈਠਾ ਸਾਂ। ਮੇਰੇ ਤੋਂ ਇਹ ਗੁਸਤਾਖੀ ਹੋ ਗਈ ਸੀ। ਦੂਜੇ ਨੇ ਉੱਤਰ ਦਿੱਤਾ, ਨਹੀਂ, ਤੁਸੀਂ ਠੀਕ ਉੱਤਰ ਦਿੱਤਾ ਸੀ, ਭੁੱਲ ਮੇਰੇ ਤੋਂ ਹੋਈ ਜੋ ਮੈਂ ਖਾਹ ਤੈਸ਼ ਵਿੱਚ ਆ ਗਿਆ। ਮੈਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ, ਗਲਤੀ ਮੇਰੀ ਸੀ। ਜਿਸ ਅੰਦਾਜ਼ ਨਾਲ ਉਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ, ਬਦਰੁਦੀਨ, ਇਸਹਾਕ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਅਸੀਂ ਸਮਝ ਗਏ ਇਹ ਤਾਂ ਆਪਸ ਵਿੱਚ ਕਦੀ ਲੜੇ ਨਹੀਂ ਹੋਣੇ, ਇਹ ਲੜਨ ਵਾਲੇ ਮਨੁੱਖ ਹੈ ਹੀ ਨਹੀਂ। ਇਹ ਤਾਂ ਸਾਨੂੰ ਅਕਲ ਦੇਣ ਆਏ ਸਨ ਕਿ ਲੜਨ ਮਗਰੋਂ ਇਸ ਤਰ੍ਹਾਂ ਦਾ ਸ਼ਿਸ਼ਟ ਵਿਹਾਰ ਕਰੀਦਾ। ਇਹ ਤਾਂ ਰੱਬ ਦੇ ਭੇਜੇ ਹੋਏ ਭਲੇ ਲੋਕ ਸਨ। ਜ਼ਿਆਦੁਦੀਨ ਫਲਸਫੇ ਦਾ ਵਿਦਵਾਨ ਅਧਿਆਪਕ ਸੀ। ਉਹ ਸ਼ੇਖ ਸਾਹਿਬ ਦੇ ਦੀਦਾਰ ਕਰਨ ਆਏ ਤਾਂ ਸੋਚਦਾ ਆਇਆ ਕਿ ਮੈਨੂੰ ਦੀਨ ਅਤੇ ਵਿਆਹ ਕਰਨ ਦਾ ਕੋਈ ਇਲਮ ਨਹੀਂ। ਜੇ ਮੇਰੇ ਤੋਂ ਇਹਨਾਂ ਬਾਰੇ ਸਵਾਲ ਪੁੱਛਣ ਲੱਗੇ ਫਿਰ ਕੀ ਕਰਾਂਗਾ। ਝਿਜਕਦਿਆਂ ਹੋਇਆਂ ਚਰਨੀ ਹੱਥ ਲਾ ਕੇ ਬੈਠ ਗਿਆ। ਉਸ ਨੂੰ ਪੁੱਛਿਆ, ਹੱਕ ਵਿੱਚ ਅਤੇ ਵਿਰੋਧ ਵਿੱਚ ਕਿਸ ਪ੍ਰਕਾਰ ਦਲੀਲਾਂ ਦੇਈਦੀਆਂ ਹਨ? ਕਿਹਨਾਂ ਦਲੀਲਾਂ ਨਾਲ ਰੱਬ ਦੀ ਹੋਂਦ ਤੋਂ ਮੁਨਕਰ ਹੋਈਦਾ ਹੈ ਅਤੇ ਕਿਸ ਕਿਸ ਦਲੀਲ ਨਾਲ ਉਸ ਦੀ ਹੋਂਦ ਨੂੰ ਸਿੱਧ ਕਰੀਦਾ ਹੈ? ਗੱਲ ਕੀ, ਜੋ ਉਸ ਨੂੰ ਆਉਂਦਾ ਸੀ ਉਹ ਪੁੱਛਦੇ ਗਏ, ਭੋਰਾ ਸ਼ਰਮਸਾਰ ਨਹੀਂ ਕੀਤਾ। ਪਾਕਪਤਨ ਦਾ ਕਾਜ਼ੀ ਬਾਬਾ ਜੀ ਨੂੰ ਸਖਤ ਨਫ਼ਰਤ ਕਰਦਾ ਸੀ ਅਤੇ ਹਰ ਵਕਤ ਖਿਲਾਫ ਬੋਲਦਾ ਰਹਿੰਦਾ। ਉਸਨੇ ਸ਼ਹਿਰ ਦੇ ਮੌਲਵੀਆਂ ਦੀ ਮੀਟਿੰਗ ਮਸਜਿਦ ਵਿੱਚ ਬੁਲਾ ਲਈ। ਮੀਟਿੰਗ ਵਿੱਚ ਹਾਜ਼ਰੀਨ ਨੂੰ ਪੁੱਛਿਆ, ਤੁਸੀਂ ਜਾਣਦੇ ਹੋ ਭਾਈਓ ਕਿ ਇਸਲਾਮ ਵਿੱਚ ਸੰਗੀਤ ਦੀ ਮਨਾਹੀ ਹੈ। ਜੇ ਕੋਈ ਮੁਸਲਮਾਨ ਹੋ ਕੇ ਗਾਉਣ ਵਜਾਉਣ ਵਿੱਚ ਮਗਨ ਰਹੇ ਅਤੇ ਅਜਿਹੀ ਹਮਾਕਤ ਕਰੇ ਕਿ ਮਸਜਿਦ ਦੇ ਨਜ਼ਦੀਕ ਵੀ ਗਾਈ ਜਾਵੇ, ਉਸ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ? ਸਰੋਤੇ ਚੁੱਪ ਹੋ ਗਏ, ਕੋਈ ਉੱਤਰ ਨਾ ਦਿੱਤਾ। ਇੱਕ ਬਜ਼ੁਰਗ ਨੇ ਆਖਰ ਪੁੱਛ ਹੀ ਲਿਆ, ਜੀ ਦੱਸੋ ਪਹਿਲਾਂ ਕਿ ਉਹ ਸ਼ਖਸ ਹੈ ਕੌਣ ਜਿਸ ਬਾਬਤ ਤੁਸੀਂ ਫਤਵਾ ਜਾਰੀ ਕਰਨਾ ਚਾਹੁੰਦੇ ਹੋ? ਕਾਜ਼ੀ ਨੇ ਕਿਹਾ, ਫਰੀਦੁਦੀਨ। ਸਾਰੇ ਮੌਜੂਦ ਬੰਦਿਆਂ ਨੇ ਕੰਨਾਂ ਨੂੰ ਹੱਥ ਲਾਏ ਅਤੇ ਕਿਹਾ, ਬਾਬਾ ਸ਼ੇਖ ਫਰੀਦ ਜੋ ਕਰਦਾ ਹੈ ਸੋਈ ਕਰਨ ਯੋਗ ਹੈ। ਉਹਨਾਂ ਦੇ ਦਰਬਾਰ ਵਿੱਚ ਜਾਣ ਵਾਲਿਆਂ ਦੇ ਗੁਨਾਹ ਬਖਸ਼ੇ ਜਾਂਦੇ ਹਨ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬਲਬਨ ਅਜੇ ਬਾਦਸ਼ਾਹ ਨਹੀਂ ਸੀ ਬਣਿਆ। ਉਸ ਦਾ ਨਾਮ ਉਲਗ ਖਾਨ ਸੀ। ਇੱਧਰ ਪਾਕਪਤਨ ਵੱਲ ਦੀ ਲੰਘਿਆ ਤਾਂ ਦਰਸ਼ਨ ਕਰਨ ਆਇਆ। ਕੁਝ ਰਕਮ ਅਤੇ 4 ਪਿੰਡਾਂ ਦੇ ਪਟੇ ਦੇ ਕਾਗਜ਼ ਆਪ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ। ਬਾਬਾ ਜੀ ਨੇ ਪੁੱਛਿਆ, ਇਹ ਕੀ ਹੈ? ਉਲਗ ਖਾਨ ਨੇ ਦੱਸਿਆ, ਜੀ ਪੈਸੇ ਦਰਵੇਸ਼ਾਂ ਲਈ ਹਨ ਅਤੇ 4 ਪਿੰਡਾਂ ਦਾ ਪਟਾ ਆਪ ਲਈ। ਬਾਬਾ ਜੀ ਨੇ ਫਰਮਾਇਆ, ਪੈਸੇ ਰੱਖ ਜਾਓ, ਲੋੜਵੰਦਾਂ ਦੇ ਕੰਮ ਆਉਣਗੇ। ਪਟੇ ਚੁੱਕ ਲਵੋ, ਉਹਨਾਂ ਦੇ ਚਾਹਵਾਨ ਹੋਰ ਬਥੇਰੇ ਹਨ। ਸਾਡੇ ਵਡੇਰਿਆਂ ਨੇ ਜ਼ਗੀਰਾਂ ਨਹੀਂ ਲਈਆਂ ਕਦੀ। ਉਗਲ ਖਾਨ ਨੇ ਕਿਹਾ, ਜੀ ਇੱਕ ਬਾਗ ਦਾ ਪਟਾ ਵੀ ਹੈ। ਬਾਬਾ ਜੀ ਹੱਸ ਪਏ ਅਤੇ ਕਿਹਾ, ਮੈਂ ਤੇਰੇ ਬਾਗਾਂ ਦਾ ਘਾਹ ਨਹੀਂ ਬਣਨਾ ਭਾਈ, ਬਸ ਅੱਲਾ ਦਾ ਨਾਮ ਲਿਆ ਕਰ। ਨਿਜ਼ਾਮੁਦੀਨ ਦਾ ਪਰਿਵਾਰਕ ਨਾਮ ਸੈਯਦ ਮੁਹੰਮਦ ਸੀ। ਉਹ ਬਦਾਯੂ ਯੂਪੀ, ਮਾਂ ਜ਼ੁਲੇਖਾ ਅਤੇ ਪਿਤਾ ਦਾ ਨਾਮ ਸੈਯਦ ਅਹਿਮਦ ਸੀ। ਬਾਬੇ ਦਾ ਨਾਮ ਅਲੀ ਸੀ। 5 ਸਾਲ ਦੀ ਉਮਰ ਵਿੱਚ ਪਿਤਾ ਸੈਯਦ ਅਹਿਮਦ ਬੁਖਾਰੀ ਦੀ ਸ਼ਾਹ ਸਿਰ ਤੋਂ ਉੱਠ ਗਈ। ਕਮਾਈ ਦਾ ਸਹਾਰਾ ਨਾ ਰਿਹਾ ਤਾਂ ਗਰੀਬੀ ਵਿੱਚ ਘਿਰ ਗਏ। ਕਈ ਵਾਰ ਭੁੱਖਿਆਂ ਦਾ ਦਿਨ ਲੰਘਦਾ। ਜਿਸ ਡੰਗ ਖਾਣ ਵਾਸਤੇ ਰੋਟੀ ਨਾ ਮਿਲਦੀ, ਮਾਂ ਹੱਸ ਕੇ ਕਿਹਾ ਕਰਦੀ, ਬੱਚਿਓ ਅੱਜ ਆਪਾਂ ਰੱਬ ਦੇ ਮਹਿਮਾਨ ਹਾਂ, ਨਮਾਜ਼ ਪੜ੍ਹੋ। ਬਾਲਕ ਨਿਜ਼ਾਮ ਕਦੀ ਕਦਾਈ ਖਾਣਾ ਖਾਂਦਿਆਂ ਮਾਂ ਤੋਂ ਪੁੱਛਦਾ, ਹੁਣ ਰੱਬ ਦੇ ਮਹਿਮਾਨ ਕਦੋਂ ਹੋਵਾਂਗੇ ਆਪਾਂ ਮਾਂ?
ਆਪ ਮਰੀਜ਼ਾਂ ਨੂੰ ਇਹਨਾਂ ਦਿਨਾਂ ਬਾਬਤ ਦੱਸਿਆ ਕਰਦੇ ਸਨ। ਘਰ ਵਿੱਚ ਪਿੱਤਲ ਕਾਂਸੀ ਦੇ ਤਾਂ ਕੀ ਲੋਹੇ ਦੇ ਬਰਤਨ ਵੀ ਨਹੀਂ ਸਨ। ਕਸੋਰਿਆਂ ਜਾਂ ਠੂਠਿਆਂ ਵਿੱਚ ਦਾਲ ਸਬਜ਼ੀ ਪਵਾ ਕੇ ਰੋਟੀ ਹੱਥ 'ਤੇ ਧਰ ਕੇ ਖਾ ਲੈਂਦੇ। ਕਦੀ ਕੋਈ ਠੂਠਾ ਡਿੱਗ ਕੇ ਟੁੱਟ ਜਾਂਦਾ ਤਾਂ ਮਾਂ ਝਿੜਕਦਿਆਂ ਹੋਇਆਂ ਆਖਦੀ, ਘੁਮਿਆਰ ਰਿਸ਼ਤੇਦਾਰ ਨਹੀਂ ਹੈ ਆਪਣਾ, ਹੋਸ਼ ਨਾਲ ਖਾਣਾ ਖਾਓ, ਦਾਣਿਆਂ ਬਦਲੇ ਮਿਲਦੇ ਨੇ ਇਹ ਠੂਠੇ ਕਸੋਰੇ। ਹੋਸ਼ ਸੰਭਾਲੀ ਤਾਂ ਨਿਜ਼ਾਮੂਦੀਨ ਲੋਕਾਂ ਦੇ ਪਸ਼ੂ ਚਾਰਦਾ। ਸ਼ਾਮੀ ਖਾਣਾ ਖਾ ਕੇ ਬੰਦਾਯੂ ਦੀ ਮਸਜਿਦ ਵਿੱਚ ਮੌਲਵੀ ਕੋਲ ਪੜ੍ਹਨ ਚਲਾ ਜਾਂਦਾ। ਇੱਕ ਸ਼ਾਮ ਮਸਜਿਦ ਵਿੱਚ ਵਿਦਵਾਨ ਦਰਵੇਸ਼ ਠਹਿਰੇ ਹੋਏ ਸਨ। ਉਹਨਾਂ ਦੇ ਸਾਹਮਣੇ ਬਾਲਕ ਨਾਲ ਜਾਣ ਪਛਾਣ ਕਰਾਉਂਦਿਆਂ ਮੌਲਵੀ ਜਲਾਲੁਦੀਨ ਤਬਰੇਜ਼ੀ ਨੇ ਕਿਹਾ, ਅੱਲਾਹ ਤੋਂ ਸਿਵਾਏ ਇਹ ਬਾਲਕ ਜੀਵਨ ਭਰ ਕਿਸੇ ਅੱਗੇ ਸਿਰ ਨਹੀਂ ਝੁਕਾਏਗਾ। ਇਹਨਾਂ ਮੈਂ ਇਹਦੇ ਬਾਬਤ ਜਾਣ ਗਿਆ ਹਾਂ। ਦਰਵੇਸ਼ਾਂ ਨੇ ਸੀਸਾਂ ਦਿੱਤੀਆਂ ਤੇ ਦਸਤਾਰ ਫਜ਼ੀਅਤ ਦੀ ਬਖਸ਼ਿਸ਼ ਕੀਤੀ। ਅਬੂ ਬਕਰ ਕਵਾਲ ਤੋਂ ਬਾਬਾ ਫਰੀਦ ਦਾ ਨਾਮ ਸੁਣਿਆ। ਸ਼ੋਹਰਤ ਸੁਣੀ ਤਾਂ ਫੈਸਲਾ ਕੀਤਾ ਕਿ ਉਹਨਾਂ ਨੂੰ ਮੁਰਸ਼ਦ ਧਾਰਨ ਕੀਤਾ ਜਾਵੇ। ਪਰ ਅਬੂ ਬਕਰ ਨੇ ਕਿਹਾ, ਪਹਿਲਾਂ ਹੋਰ ਤਾਲੀਮ ਹਾਸਲ ਕਰਕੇ ਉਹਨਾਂ ਨੂੰ ਮਿਲਣ ਜੋਗਾ ਤਾਂ ਹੋ ਜਾ। ਮਾਂ ਅਤੇ ਭੈਣ ਸਮੇਤ ਦਿੱਲੀ ਜਾ ਪੁੱਜਾ। ਮਜ਼ਦੂਰੀ ਕਰਨੀ ਹੈ ਤਾਂ ਫਿਰ ਬਦਾਯੂ ਨਾਲੋਂ ਦਿੱਲੀ ਕਿਵੇਂ ਮਾੜੀ ਹੈ। ਇਹ ਸੋਚ ਕੇ ਇੱਕ ਨਿੱਕਾ ਕਾਰਵਾਂ ਰਵਾਨਾ ਹੋ ਗਿਆ। ਮੌਲਾਨਾ ਸ਼ਮਸਦੀਨ ਵੱਡਾ ਵਿਦਵਾਨ ਸੀ ਤੇ ਬਲਬਨ ਦੇ ਦਰਬਾਰ ਵਿੱਚ ਸਨਮਾਨਯੋਗ ਸ਼ਖਸੀਅਤ। ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਮੌਲਾਨਾ ਜਲਦੀ ਜਾਣ ਗਿਆ ਕਿ ਇਹ ਬਾਲਕ ਅਸਾਧਾਰਨ ਹੈ, ਇਸ ਕਰਕੇ ਧਿਆਨ ਦੇਣ ਲੱਗੇ। 20 ਸਾਲ ਦੀ ਉਮਰ ਵਿੱਚ ਦਿੱਲੀ ਆਏ ਤੇ 4 ਸਾਲ ਇੱਥੋਂ ਵਿੱਦਿਆ ਪ੍ਰਾਪਤ ਕਰਨ ਉਪਰੰਤ ਬਾਬਾ ਜੀ ਦੀਦਾਰ ਕਰਨ ਹਿਤ ਪਾਕ ਪਤਨ ਜਾਣ ਦਾ ਨਿਸ਼ਚਾ ਕੀਤਾ। ਰਵਾਨਗੀ ਤੋਂ ਪਹਿਲਾਂ ਸੁਲਤਾਨ ਨੇ ਖੁਸ਼ ਹੋ ਕੇ ਦਿੱਲੀ ਦੇ ਕਾਜ਼ੀ ਦੀ ਉਪਾਧੀ ਪ੍ਰਦਾਨ ਕੀਤੀ। ਨਿਜ਼ਾਮੂਦੀਨ ਨੇ ਨਜੀਬੂਦੀਨ ਮੁਤਵੱਕਲ ਦੀ ਸਲਾਹ ਲਈ ਤਾਂ ਉਹਨਾਂ ਫਰਮਾਇਆ, ਇਨਸ਼ਾ ਅੱਲਾਹ ਤਾਲਾ ਤੁਆ ਹਰਗਿਜ਼ ਕਾਜ਼ੀ ਨਾ ਸੋਵੀਂ, ਅੰਮਾ ਚੀਜੇ ਸੋਵੀ ਕੇ ਮੁੰਦਾਨਮ। ਰੱਬ ਕਰੇ ਤੂੰ ਕਦੇ ਕਾਜ਼ੀ ਨਾ ਬਣੇ, ਤੂੰ ਉਹ ਬਣ ਜੋ ਮੈਂ ਜਾਣਦਾ ਹਾਂ ਤੂੰ ਬਣੇਗਾ। ਇਹ ਬੋਲ ਸੁਣ ਸਰ ਬਾਬਾ ਫਰੀਦ ਵੱਲ ਰਵਾਨਗੀ ਪਾ ਦਿੱਤੀ। ਪਹਿਲੀ ਵਾਰ ਮੁਰਸ਼ਦ ਦੇ ਸਾਹਮਣੇ ਮੁਰੀਦ ਹਾਜ਼ਰ ਹੋਇਆ ਤਾਂ ਬਾਬਾ ਜੀ ਦੇ ਮੁਖੋਂ ਆਪ ਮੁਹਾਰੇ ਇਹ ਸ਼ੇਰ ਪ੍ਰਗਟ ਹੋਇਆ, ਐ ਆਤਿਸ਼ੇ ਫਿਰਾਕਤ ਦਿਲਾ ਕਬਾਬ ਕਰਦਾ, ਸੈਲਾਬੈ ਇਸ਼ਤਿਆਕਤ ਜਾਨਾਹਾ ਖਰਾਬ ਕਰਦਾ। ਐ ਬਿਰਹਾ ਦੀ ਅੱਗ ਤੂੰ ਦਿਲ ਕਬਾਬ ਕੀਤੇ, ਇਸ਼ਕ ਦੇ ਤੂਫਾਨ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ। ਫਿਰ ਇਹ ਬੋਲ ਕਹੇ, ਆਖਰ ਤੂੰ ਆ ਗਿਆ ਨਿਜ਼ਾਮੂਦੀਨ, ਹਿੰਦੁਸਤਾਨ ਦੀ ਲਗਾਮ ਕਿਸ ਦੇ ਹੱਥ ਫੜਾਵਾਂ। ਇਹ ਸੋਚ ਰਿਹਾ ਸਾਂ ਕਿ ਤੂੰ ਆ ਗਿਆ। ਮੇਰਾ ਦਿਲ ਤੈਨੂੰ ਆਖ ਰਿਹਾ ਸੀ ਕਿ ਤੂੰ ਆਏਗਾ। ਤਿਆਰ ਹੋ ਕੇ ਜੁਮੇ ਦੇ ਦਿਨ ਆ, ਤੈਨੂੰ ਸਿਲਸਿਲੇ ਵਿੱਚ ਸ਼ਾਮਲ ਕਰਾਂਗਾ। ਨਿਜ਼ਾਮੂਦੀਨ ਨੇ ਮਿੱਠੇ ਬੋਲ ਸੁਣ ਕੇ ਖੁਸ਼ ਹੋਇਆ ਤੇ ਫਿਰ ਖਾਨਗਾਹ ਦੇ ਪੁਰਾਣੇ ਸੇਵਕਾਂ ਨੂੰ ਪੁੱਛਣ ਲੱਗਾ, ਤਿਆਰ ਹੋ ਕੇ ਆਉਣ ਦਾ ਹੁਕਮ ਹੋਇਆ ਹੈ, ਇਹ ਤਿਆਰੀ ਕੀ ਹੁੰਦੀ ਹੈ। ਸੇਵਕਾਂ ਨੇ ਕਿਹਾ, ਭਾਗਾਂ ਵਾਲੇ ਹੋ ਤੁਸੀਂ ਨਿਜ਼ਾਮੂਦੀਨ, ਉਮਰਾਂ ਬੀਤ ਗਈਆਂ ਇੱਥੇ ਸੇਵਾ ਕਰਦਿਆਂ, ਪਰ ਸਿਲਸਿਲੇ ਵਿੱਚ ਸ਼ਾਮਲ ਨਹੀਂ ਕਰਦੇ। ਬਾਬਾ ਜੀ ਨੂੰ ਤੁਹਾਨੂੰ ਦੇਖਣ ਸਾਰ ਮਿਹਰਬਾਨ ਹੋ ਗਏ। ਤਿਆਰੀ ਦਾ ਮਤਲਬ ਹੈ ਕਿ ਦਸਤਾਰ ਅਤੇ ਮਠਿਆਈ ਲੈ ਕੇ ਆਓ। ਆਪਣੇ ਮੁਬਾਰਕ ਹੱਥਾਂ ਨਾਲ ਬਾਬਾ ਜੀ ਤੁਹਾਡੇ ਸਿਰ 'ਤੇ ਦਸਤਾਰ ਸਜਾਉਣਗੇ। ਮਿਠਾਈ ਦਾ ਪ੍ਰਸ਼ਾਦ ਸੰਗਤ ਵਿੱਚ ਵੰਡਣਗੇ। ਘਰ ਨਾ ਦਸਤਾਰ ਸੀ, ਨਾ ਦਸਤਾਰ ਖਰੀਦਣ ਵਾਸਤੇ ਪੈਸੇ। ਮਾਂ ਨੇ ਗੁਆਂਢਣਾਂ ਨੂੰ ਕਿਹਾ, ਆਪਾਂ ਆਪਣੇ ਚਰਖੇ ਲੈ ਕੇ ਮੇਰੇ ਘਰ ਆਉਣਾ। ਮੇਰੇ ਘਰ ਰੂਹ ਨਹੀਂ, ਰੂਹ ਜਾਂ ਲੁਗੜ ਜੋ ਵੀ ਹੋਵੇ ਆਪਣਾ ਆਪਣਾ ਨਾਂ ਲਿਆਉਣਾ। ਰਾਤ ਭਰ ਸੂਤ ਕੱਤਣਗੀਆਂ। ਜ਼ੁਲਾਹੇ ਨੇ ਆਖਿਆ, ਬਾਬਾ ਕੱਲ੍ਹ ਦੀ ਸਵੇਰ ਹੋਰ ਕੰਮ ਨਹੀਂ ਕਰਨਾ, ਦਸਤਾਰ ਬੁਣਨੀ ਹੈ। ਕੱਤਿਆ ਸੂਤ ਕਿਸੇ ਦਾ ਮੋਟਾ ਕਿਸੇ ਦਾ ਬਰੀਕ ਜੁਲਾਹੇ ਨੂੰ ਦਿੱਤਾ। ਜੁਲਾਹੇ ਨੇ ਖੱਦਰ ਬੁਣਿਆ। ਮਾਂ ਪੁੱਤ ਨੇ ਗਲੀਆਂ ਵਿੱਚੋਂ ਗੁੜ ਮੰਗਿਆ। ਕੱਛ ਵਿੱਚ ਖੱਦਰ ਦੀ ਪੱਗ ਤੇ ਮੋਢੇ ਉੱਪਰ ਗੁੜ ਦਾ ਥੈਲਾ ਟਿਕਾ। ਇਹ ਜਵਾਨ ਬਾਬਾ ਫਰੀਦ ਦੇ ਦਰਬਾਰ ਵਿੱਚ ਪੇਸ਼ ਹੋਇਆ। ਉਹਨਾਂ ਦੇ ਚਰਨਾਂ ਵਿੱਚ ਦੋਵੇਂ ਚੀਜ਼ਾਂ ਰੱਖੀਆਂ। ਬਾਬਾ ਜੀ ਨੇ ਖੱਦਰ ਆਪਣੇ ਹੱਥ ਵਿੱਚ ਲਿਆ, ਫਿਰ ਮੱਥੇ ਨੂੰ ਲਾਇਆ, ਫਿਰ ਅੱਖਾਂ ਨੂੰ ਛੁਹਾ ਕੇ ਮਰੀਦਾਂ ਨੂੰ ਕਹਿਣ ਲੱਗੇ, ਬੱਚਿਓ ਤੁਸੀਂ ਬਹਿਸ਼ਤਾਂ ਦੀਆਂ ਹੂਰਾਂ ਬਾਬਾ ਸੁਣਿਆ ਹੈ ਨਾ? ਸੁਣਿਆ ਹੈ, ਦੇਖੀਆਂ ਨਹੀਂ ਤੁਸੀਂ। ਇਹ ਦਸਤਾਰ ਸੁਰਗ ਵਿੱਚ ਵਸਦੀਆਂ ਪਰੀਆਂ ਵੱਲੋਂ ਕੱਤੇ ਸੂਤ ਦੀ ਬੁਣੀ ਹੋਈ ਹੈ। ਇਸ ਵਿੱਚੋਂ ਸੁੱਚੀ ਕਿਰਤ ਦੀ ਮਹਿਕ ਆਈ ਹੈ। ਧਰਤੀ ਦੀ ਵਸਤੂ ਨਹੀਂ ਇਹ ਦਸਤਾਰ। ਫਿਰ ਅਸੀਸਾਂ ਦੇ ਕੇ ਦਸਤਾਰ ਸਜਾਈ। ਮਠਿਆਈ ਵਾਲਾ ਥੈਲਾ ਖੋਲ੍ਹਿਆ, ਇੱਕ ਰੋੜੀ ਆਪਣੇ ਮੂੰਹ ਵਿੱਚ ਪਾਈ ਤੇ ਬਾਕੀ ਦਾ ਗੁੜ ਸੰਗਤ ਵਿੱਚ ਵੰਡਿਆ। ਨਿਜ਼ਾਮੂਦੀਨ ਨੂੰ ਲੰਗਰ ਤਿਆਰ ਕਰਨ ਦਾ ਹੁਕਮ ਹੋਇਆ। ਭਾਂਤ ਸੁਭਾਤੇ ਪਕਵਾਨ ਨਹੀਂ ਹੁੰਦੇ ਸਨ। ਨਿਜ਼ਾਮੂਦੀਨ ਜੰਗਲ ਵਿੱਚੋਂ ਡੇਲੇ ਤੋੜ ਕੇ ਲਿਆਂਦਾ, ਧੋ ਕੇ ਉਬਾਲ ਲੈਂਦਾ, ਵਿੱਚ ਲੂਣ ਪਾ ਦਿੰਦਾ। 2 ਰੋਟੀਆਂ ਉੱਪਰ ਡੇਲੇ ਰੱਖ ਕੇ ਬਾਬਾ ਜੀ ਦੇ ਹੱਥਾਂ 'ਤੇ ਰੱਖ ਦਿੰਦਾ। ਇੱਕ ਰੋਟੀ ਬੁਰਕੀ ਬੁਰਕੀ ਕਰਕੇ ਸੰਗਤ ਵਿੱਚ ਵਰਤਾ ਦਿੰਦੇ। ਇੱਕ ਆਪ ਖਾਂਦੇ। 8 ਪਹਿਰਾਂ ਵਿੱਚ ਕੇਵਲ ਇੱਕ ਵਾਰ ਦੁਪਹਿਰੇ ਖਾਣਾ ਖਾਂਦੇ। ਇੱਕ ਦਿਨ ਡੇਲੇ ਤੋੜ ਲਿਆਂਦੇ, ਪਰ ਝੌਂਪੜੀ ਵਿੱਚ ਲੂਣ ਖਤਮ ਸੀ।
ਕਿਸੇ ਦੀ ਜੇਬ ਵਿੱਚ ਪੈਸੇ ਨਹੀਂ ਸਨ। ਨਿਜ਼ਾਮੁਦੀਨ ਦੌੜ ਕੇ ਨਾਲ ਲੱਗਦੀ ਆਬਾਦੀ ਵਿੱਚ ਗਿਆ ਤੇ 2 ਟਕਿਆਂ ਦਾ ਲੂਣ ਉਧਾਰ ਲੈ ਆਇਆ। ਬਾਬਾ ਜੀ ਨੇ 2 ਰੋਟੀਆਂ ਉੱਪਰ ਡੇਲੇ ਰੱਖ ਕੇ ਖਾਣਾ ਦੇ ਦਿੱਤਾ ਤੇ ਪਾਣੀ ਦਾ ਕਟੋਰਾ ਲੈਣ ਚਲਾ ਗਿਆ। ਬਾਬਾ ਜੀ ਨੇ ਆਵਾਜ਼ ਦਿੱਤੀ, ਨਿਜ਼ਾਮੁਦੀਨ। ਨਿਜ਼ਾਮੁਦੀਨ ਆ ਗਿਆ। ਪੁੱਛਿਆ, ਖਾਣੇ ਉੱਪਰ ਕੀ ਟੂਣਾ ਕਰ ਦਿੱਤਾ ਹੈ ਤੂੰ? ਨਿਜ਼ਾਮ ਨੇ ਕਿਹਾ, ਕੁਝ ਨਹੀਂ ਕੀਤਾ ਜੀ, ਬਿਲਕੁਲ ਕੁਝ ਨਹੀਂ। ਬਾਬਾ ਜੀ ਨੇ ਦੁਹਰਾਇਆ, ਕੁਝ ਕੀਤਾ ਹੈ ਨਿਜ਼ਾਮ, ਤਦੇ ਤਾਂ ਮੇਰਾ ਹੱਥ ਨਹੀਂ ਉੱਠਦਾ। ਬੁਰਕੀ ਤੋੜਨ ਦੀ ਜਦੋਂ ਮੈਂ ਉਂਗਲੀ ਰੋਟੀ ਨਾਲ ਛੁਆਈਆਂ ਤਾਂ ਮੇਰਾ ਹੱਥ ਇੰਨਾ ਭਾਰੀ ਹੋ ਗਿਆ ਕਿ ਚੁੱਕਿਆ ਨਾ ਗਿਆ। ਡੇਲੇ ਤੋੜਨ ਦੀ ਜਾਣ ਤੋਂ ਲੈ ਕੇ ਰੋਟੀ ਉੱਪਰ ਹੱਥ ਧਰਨ ਤੱਕ ਤੂੰ ਜੋ ਜੋ ਕੀਤਾ ਹੈ ਉਸ ਬਾਰੇ ਦੱਸ। ਗੱਲਾਂ ਕਰਦੇ ਨਿਜ਼ਾਮ ਨੇ ਦੱਸਿਆ ਕਿ ਲੂਣ ਨਹੀਂ ਸੀ, ਬਾਣੀਆਂ ਤੋਂ ਉਧਾਰ ਲਿਆਂਦਾ ਹੈ। ਬਾਬਾ ਜੀ ਨੇ ਕਿਹਾ, ਇੱਕ ਦਿਨ ਜੇ ਬਗੈਰ ਲੂਣ ਤੋਂ ਰੋਟੀ ਖਾ ਲੈਂਦੇ ਤਾਂ ਕੀ ਵਿਗੜ ਜਾਣਾ ਸੀ? ਪਰਵਰਦਗਾਰ ਦਾ ਫੈਸਲਾ ਹੈ ਕਿ ਜਹਾਨ ਤੇਰਾ ਕਰਜ਼ਾਈ ਹੋਵੇ। ਤੂੰ ਲੂਣ ਦੀ ਡਲੀ ਖਾਤਰ ਬਾਣੀਏ ਦਾ ਕਰਜ਼ਾਈ ਹੋ ਗਿਆ ਹੈ। ਅੱਜ ਮੈਂ ਖਾਣਾ ਨਹੀਂ ਖਾਵਾਂਗਾ। ਬਾਬਾ ਜੀ ਨਿਜ਼ਾਮੁਦੀਨ ਨੂੰ ਦਿੱਲੀ ਵਿੱਚ ਰਹਿਣ ਲਈ ਆਖ ਦਿੰਦੇ ਤਾਂ ਉਹ ਦਿੱਲੀ ਚਲੇ ਜਾਂਦੇ। ਇੱਕ ਰਾਹਗੀਰ ਪਾਕਪਤਨ ਜਾਂਦਾ ਹੋਇਆ ਗਿਆਸਪੁਰ ਵਿੱਚੋਂ ਦੀ ਲੰਘਿਆ। ਨਿਜ਼ਾਮੁਦੀਨ ਨੇ ਕਿਹਾ, ਬਾਬਾ ਜੀ ਕੋਲ ਚੱਲੇ ਤਾਂ ਸਾਡੀ ਭੁੱਖਮਰੀ ਦੀ ਹਾਲਤ ਦੱਸ ਦੇਣੀ। ਜਦੋਂ ਪਾਕਪਤਨ ਬਾਬਾ ਜੀ ਕੋਲ ਵਿਸਥਾਰ ਨਾਲ ਤੰਗੀ ਤੁਰਸ਼ੀ ਦੀ ਹਾਲਤ ਬਿਆਨ ਕੀਤੀ ਤਾਂ ਉਹ ਮੁਸਕਰਾਏ। ਕਿਹਾ, ਰੂਹਾਨੀਅਤ ਹਾਸਲ ਕਰਨ ਵਾਲੇ ਨੂੰ ਬਹੁਤ ਭਾਰ ਚੁੱਕਣਾ ਪਿਆ ਕਰਦਾ, ਇਹੋ ਹੋਣਾ ਸੀ। ਨਿਜ਼ਾਮੁਦੀਨ ਨੂੰ ਕਹਿਣਾ ਭਰੋਸਾ ਰੱਖੀ। ਦਿੱਲੀ ਤੋਂ ਕੋਲ 10 ਵਾਰ ਪਾਕਪਤਨ ਆਏ। 3 ਵਾਰ ਬਾਬਾ ਜੀ ਦੇ ਹੁੰਦਿਆਂ 7 ਵਾਰ ਬਾਅਦ ਵਿੱਚ। ਵਾਪਸੀ ਵਕਤ ਬਾਬਾ ਜੀ ਇਹ ਅਸੀਸ ਦਿੰਦੇ, ਰੱਬ ਤੇਰੀ ਹਰ ਅਰਦਾਸ ਕਬੂਲ ਕਰੇ ਨਿਜ਼ਾਮ, ਤੂੰ ਘਣਾ ਫੈਲਿਆ ਸ਼ਾਨਦਾਰ ਰੁੱਖ ਹੋਏਗਾ। ਨਿਜ਼ਾਮੁਦੀਨ, ਜਿੱਥੇ ਥੱਕੇ ਜ਼ਖਮੀ ਦੁਖੀ ਮੁਸਾਫਰਾਂ ਨੂੰ ਰਾਹਤ ਮਿਲੇਗੀ, ਆਰਾਮ ਮਿਲੇਗਾ, ਓਟ ਆਸਰਾ ਮਿਲੇਗਾ। ਤਵੀਤ ਲੈਣ ਆਏ ਲੋਕਾਂ ਦੀ ਭੀੜ ਲੱਗੀ ਰਹਿੰਦੀ। ਤਵੀਤ ਲਿਖਦੇ ਲਿਖਦੇ ਇੱਕ ਦਿਨ ਥੱਕ ਗਏ ਤਾਂ ਆਵਾਜ਼ ਦਿੱਤੀ, ਨਿਜ਼ਾਮੁਦੀਨ, ਬਾਕੀ ਤਵੀਤ ਤੂੰ ਦੇ ਦੇ। ਖੁਦ ਆਰਾਮ ਕਰਨ ਲਈ ਚਲੇ ਗਏ। ਨਿਜ਼ਾਮ ਨੇ ਕਿਸੇ ਨੂੰ ਤਵੀਤ ਨਾ ਦਿੱਤਾ। ਲੋਕ ਮੰਗ ਕਰਨ ਲੱਗੇ। ਨਿਜ਼ਾਮ ਨੇ ਕਿਹਾ, ਮੇਰੀ ਸੱਤਿਆ ਤਵੀਤ ਦੇਣ ਦੀ ਹੈ ਹੀ ਨਹੀਂ। ਲੋਕ ਬਾਬਾ ਜੀ ਪਾਸ ਚਲੇ ਗਏ ਤੇ ਦੱਸਿਆ ਕਿ ਨਿਜ਼ਾਮੁਦੀਨ ਤਵੀਤ ਦੇਣ ਤੋਂ ਇਨਕਾਰੀ ਹੈ। ਬੁਲਾ ਲਏ ਤੇ ਪੁੱਛਿਆ ਤਾਂ ਨਿਜ਼ਾਮ ਨੇ ਕਿਹਾ, ਬਾਬਾ ਜੀ ਮੈਂ ਤਵੀਤ ਦੇਣ ਦਾ ਹੱਕਦਾਰ ਹਾਂ ਹੀ ਨਹੀਂ, ਮੇਰੇ ਲਿਖਿਆ ਕੀ ਹੋਏਗਾ? ਬਾਬਾ ਜੀ ਨੇ ਕਿਹਾ, ਮੇਰੇ ਵਿੱਚ ਕਿਹੜਾ ਕੋਈ ਸੱਤਿਆ ਹੈ? ਮੈਂ ਤਾਂ ਕਾਗਜ਼ ਉੱਪਰ ਰੱਬ ਦਾ ਨਾਮ ਲਿਖ ਕੇ ਦੇ ਦਿੰਦਾ ਹਾਂ। ਰੱਬ ਬਰਕਤਾਂ ਕਰਨ ਵਾਲਾ ਹੈ। ਆਪਾਂ ਕੀ ਕਰਨਾ ਹੋਇਆ? ਸੋ ਰੱਬ ਦਾ ਨਾਮ ਲੈ ਤੇ ਰੱਬ ਦੇ ਨਾਮ ਲਿਖ ਲਿਖ ਤਵੀਤ ਦੇਈ ਚੱਲ। ਕਹਿੰਦੇ ਕਿ ਬਾਬਾ ਜੀ ਦੇ ਦੋਤੇ ਦਾ ਨਾਮ ਤਾਂ ਸੀ ਮੁਹੰਮਦ, ਪਰ ਬਾਬਾ ਜੀ ਉਸ ਨੂੰ ਪਿਆਰ ਨਾਲ ਮੰਮਨ ਕਿਹਾ ਕਰਦੇ ਸਨ। ਉਸ ਬਾਰੇ ਖਬਰ ਮਿਲੀ ਕਿ ਕਦੇ ਕਦਾਈ ਸ਼ਰਾਬ ਪੀ ਲੈਂਦਾ ਹੈ। ਬਾਬਾ ਜੀ ਨੂੰ ਮਿਲਣ ਵਾਸਤੇ ਪਾਕਪਤਨ ਆਇਆ। ਚਰਨੀ ਹੱਥ ਲਾ ਕੇ ਨੇੜੇ ਬੈਠ ਗਿਆ। ਪਰਿਵਾਰ ਦੀ ਖੈਰ ਸੁੱਖ ਪੁੱਛੀ ਦੱਸੀ। ਗੱਲਾਂ ਕਰਦਿਆਂ ਕਰਦਿਆਂ ਬਾਬਾ ਜੀ ਨੇ ਕਿਹਾ, ਮੰਮਨ, ਸੁਣਿਆ ਹੈ ਤੂੰ ਸ਼ਰਾਬ ਪੀ ਲੈਣਾ। ਮੁਹੰਮਦ ਨੇ ਕਿਹਾ, ਨਹੀਂ ਨਾਨਾ ਜੀ, ਇਹ ਝੂਠ ਹੈ। ਲੋਕ ਖਾਹ ਮਖਾਹ ਅਫਵਾਹਾਂ ਉਡਾਉਂਦੇ ਰਹਿੰਦੇ ਨੇ। ਬਾਬਾ ਜੀ ਨੇ ਕਿਹਾ, ਹਾਂ ਮੈਨੂੰ ਵੀ ਅਫਵਾਹ ਲੱਗੀ ਇਹ ਖਬਰ, ਤੂੰ ਸ਼ਰਾਬ ਪੀ ਨਹੀਂ ਸਕਦਾ। ਪਰ ਲੋਕਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਕਿ ਮੇਰੇ ਪਰਿਵਾਰ ਦੇ ਜੀਆਂ ਵਿਰੁੱਧ ਮੇਰੇ ਸਾਹਮਣੇ ਹੀ ਗੱਲਾਂ ਕਰੀ ਜਾਂਦੇ ਨੇ। ਕਿੰਨੇ ਗੁਸਤਾਖ ਹੋ ਗਏ ਨੇ ਲੋਕ ਮੰਮਨ ਪੁੱਤਰ। ਕਹਿੰਦੇ ਇੱਕ ਵਾਰ ਇੱਕ ਦੁਖੀ ਬਜ਼ੁਰਗ ਬਾਬਾ ਫਰੀਦ ਜੀ ਪਾਸ ਆ ਕੇ ਫਰਿਆਦ ਕਰਨ ਲੱਗਾ, ਜੀ ਮੇਰਾ ਬੇਟਾ ਬੇਕਸੂਰ ਹੈ, ਤੁਸੀਂ ਜਾਣੀ ਜਾਣ ਹੋ, ਮੈਂ ਕੀ ਦੱਸਾਂ। ਜੇ ਕਸੂਰਵਾਰ ਹੈ ਤਾਂ ਤਰਸ ਨਾ ਖਾਓ। ਉਸ ਨੂੰ ਸੁਲਤਾਨ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਮਾਸੂਮ ਨੂੰ, ਉਸ ਨੂੰ ਬਚਾਓ ਮਾਲਕ। ਸੁਲਤਾਨ ਬਲਬਨ ਦੇ ਨਾਮ ਬਾਬਾ ਜੀ ਨੇ ਖੱਤ ਲਿਖਿਆ, ਸੰਕਟਗ੍ਰਸਤ ਇਸ ਬੰਦੇ ਨੂੰ ਤੁਹਾਡੇ ਪਾਸ ਭੇਜਦਾ ਹਾਂ। ਤੁਸੀਂ ਇਸ ਦੀ ਫਰਿਆਦ ਸੁਣ ਕੇ ਅਮਲ ਕਰ ਦਿੱਤਾ ਤਾਂ ਮਤ ਇਹ ਸਮਝਣਾ ਕਿ ਤੁਸੀਂ ਕਿਸੇ ਨੂੰ ਜ਼ਿੰਦਗਾਨੀ ਦੇ ਸਕਦੇ ਹੋ। ਜ਼ਿੰਦਗੀ ਦੇਣ ਦਾ ਕੰਮ ਕੇਵਲ ਅੱਲਾ ਦਾ ਹੈ। ਜੇ ਤੁਸੀਂ ਇਸ ਦੀ ਅਰਜ਼ ਨਜ਼ਰ ਅੰਦਾਜ਼ ਕਰ ਦਿੱਤੀ ਤਾਂ ਮਤ ਇਹ ਸਮਝਣਾ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ। ਫਿਰ ਇਹ ਜਾਣਨਾ ਕਿ ਪਰਵਰਦਗਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਤੁਹਾਡੇ ਹੱਥੋਂ ਨੇਕੀ ਕਰਵਾਉਂਦਾ। ਖੱਤ ਪੜ੍ਹ ਕੇ ਸੁਲਤਾਨ ਨੇ ਬੰਦੀ ਨੂੰ ਰਿਹਾ ਕਰ ਦਿੱਤਾ। ਸ਼ਹਿਨਸ਼ੀਲਤਾ ਦੀ ਗੱਲ ਚੱਲੀ ਤਾਂ ਬਾਬਾ ਜੀ ਨੇ ਕਿਹਾ, ਜਿਹੜਾ ਬੰਦਾ ਆਪਣੇ ਉੱਪਰ ਹੋਈਆਂ ਜ਼ਿਆਦਤੀਆਂ ਬਰਦਾਸ਼ਤ ਕਰ ਲੈਂਦਾ ਹੈ, ਉਸ ਵਰਗਾ ਤਾਕਤਵਰ ਕੋਈ ਨਹੀਂ। ਉਸ ਤੋਂ ਬਚ ਕੇ ਰਹੋ। ਮਾਰ ਖਾਣ ਵਾਲਾ ਸ਼ਾਂਤ ਚਿੱਤ ਬੰਦਾ ਬਹੁਤ ਬਲਵਾਨ ਹੁੰਦਾ ਹੈ। ਬਾਬਾ ਜੀ ਪਾਸ ਨਵਾਬ ਖਾਨ ਦਾ ਖਜ਼ਾਨਾ ਅਫਸਰ ਆਇਆ ਤੇ ਕਹਿਣ ਲੱਗਾ,
ਜੀ ਨਵਾਬ ਸਾਹਿਬ ਬਹੁਤ ਤੰਗ ਕਰਦੇ ਹਨ, ਤੁਸੀਂ ਮੇਰੇ ਤੇ ਕਿਰਪਾ ਕਰਕੇ ਸਿਫਾਰਿਸ਼ ਕਰ ਦਿਓ ਤਾਂ ਮੇਰਾ ਛੁਟਕਾਰਾ ਹੋ ਜਾਏਗਾ। ਬਾਬਾ ਜੀ ਨੇ ਸਿਫਾਰਿਸ਼ ਕਰ ਦਿੱਤੀ। ਕੁਝ ਦਿਨਾਂ ਬਾਅਦ ਉਹ ਅਫਸਰ ਫੇਰ ਆਇਆ ਤੇ ਆਖਣ ਲੱਗਾ, ਜੀ ਉਸ ਉੱਪਰ ਸਿਫਾਰਿਸ਼ ਦਾ ਕੋਈ ਅਸਰ ਨਹੀਂ ਹੋਇਆ। ਬਾਬਾ ਜੀ ਨੇ ਕਿਹਾ, ਭਾਈ ਹੁਣ ਤੂੰ ਹਿਸਾਬ ਲਾ ਕੇ ਦੇਖ, ਤੂੰ ਵੀ ਤਾਂ ਲੋਕਾਂ ਨੂੰ ਤੰਗ ਕਰਦਾ ਰਿਹਾ ਹੈ। ਤੇਰੇ ਤੋਂ ਦੁਖੀ ਲੋਕ ਸਿਫਾਰਿਸ਼ਾਂ ਲੈ ਕੇ ਤੇਰੇ ਕੋਲ ਆਉਂਦੇ, ਤਦ ਤੂੰ ਕਿਹੜਾ ਕਿਸੇ ਨੂੰ ਬਖਸ਼ਦਾ ਸੈਂ। ਹੁਣ ਭੁਗਤੀ ਚੱਲ ਆਪੇ। ਪਾਕਪਤਨ ਰਹਿ ਰਹੇ ਸਨ। ਕਿਹਾ, ਨਿਜ਼ਾਮੂਦੀਨ ਨੂੰ ਬੁਲਾਓ। ਸ਼ੇਖ ਸਾਹਿਬ ਹਾਜ਼ਰ ਹੋ ਗਏ। ਫਰਮਾਇਆ, ਤੁਸੀਂ ਦਿੱਲੀ ਚਲੇ ਜਾਓ। ਨਿਜ਼ਾਮ ਨੇ ਕਿਹਾ, ਤੁਹਾਡੀ ਉਮਰ ਵਧੇਕ ਹੋ ਗਈ ਹੈ, ਸਰੀਰ ਠੀਕ ਨਹੀਂ ਰਹਿੰਦਾ, ਅਜਿਹੇ ਵਕਤ ਵਿੱਚ ਮੈਂ ਤੁਹਾਨੂੰ ਛੱਡ ਕੇ ਦਿੱਲੀ ਨਹੀਂ ਜਾਵਾਂਗਾ। ਬਾਬਾ ਜੀ ਨੇ ਫਿਰ ਦੁਹਰਾਇਆ, ਹੁਕਮ ਮੰਨੀ ਦਾ ਹੁੰਦਾ ਹੈ ਨਿਜ਼ਾਮ, ਆਖਾ ਮੰਨੋ, ਦਿੱਲੀ ਚਲੇ ਜਾਓ। ਨਿਜ਼ਾਮੂਦੀਨ ਨੇ ਕਿਹਾ, ਠੀਕ ਹੈ ਹਜ਼ੂਰ, ਤੁਹਾਡਾ ਹੁਕਮ ਮੋੜਨ ਦੀ ਕਿਸ ਦੀ ਹਿੰਮਤ, ਪਰ ਇੰਨਾ ਕਰਮ ਕਰ ਦਿਓ ਕਿ ਮੇਰਾ ਗੁਨਾਹ ਦੱਸੋ। ਮੈਂ ਹਰ ਵਕਤ ਆਪ ਦੇ ਕਦਮਾਂ ਵਿੱਚ ਖਿਲੋ ਕੇ ਬਿਤਾਉਣ ਦਾ ਇਸ਼ਕ ਹਾਂ, ਪਰ ਤੁਸੀਂ ਮੈਨੂੰ ਦਿੱਲੀ ਭੇਜ ਰਹੇ ਹੋ, ਇਸ ਦਾ ਕਾਰਨ ਕੀ ਹੈ? ਸੇਜ਼ਲ ਅੱਖਾਂ ਨਾਲ ਬਾਬਾ ਜੀ ਨੇ ਕਿਹਾ, ਸਾਈਂ ਬਖਤਿਆਰ ਕਾਕੀ ਮੇਰੇ ਮੁਰਸ਼ਦ ਨਾਲ ਮੈਂ ਹਾਂਸੀ ਰਹਿ ਰਿਹਾ ਸਾਂ। ਉਹਨਾਂ ਨੇ ਹੁਕਮ ਦਿੱਤਾ ਕਿ ਦਿੱਲੀ ਚਲੇ ਜਾਓ ਫਰੀਦ। ਮੈਂ ਕਈ ਵਾਰ ਅਰਜ਼ ਕੀਤੀ ਸੀ ਕਿ ਮੈਨੂੰ ਹਾਂਸੀ ਰਹਿਣ ਦਿਓ, ਉਹ ਨਹੀਂ ਮੰਨੇ। ਮੈਂ ਬਾਰ-ਬਾਰ ਮਿੰਨਤ ਕਰਨੋਂ ਨਾ ਹਟਿਆ। ਉਹਨਾਂ ਦੇ ਆਖਰੀ ਲਫ਼ਜ਼ ਇਹ ਸਨ, ਮੇਰਾ ਮਸੱਲਾ ਕਾਸਾ ਖੜਾਵਾਂ ਤੇ ਦਸਤਾਰ ਤੇਰੇ ਕੋਲ ਦਿੱਲੀ ਪੁੱਜ ਜਾਣਗੇ, ਹੁਣ ਜਾਓ। ਮੈਂ ਚਲਾ ਗਿਆ। ਮੈਨੂੰ ਕੋਈ ਪਤਾ ਨਾ ਲੱਗਾ ਕਿ ਆਖਰ ਗੱਲ ਕੀ ਸੀ, ਪਰ ਮੇਰੇ ਅੰਦਰ ਇੰਨਾ ਹੌਸਲਾ ਨਹੀਂ ਸੀ ਕਿ ਤੇਰੇ ਜਿੰਨਾ ਕਿ ਕਾਰਨ ਜਾਣਨ ਲਈ ਬਾਜ਼ਿਦ ਹੋਵਾਂ। ਚੁੱਪ ਕਰਕੇ ਤੁਰ ਗਿਆ ਸਾਂ। ਹੁਣ ਤੂੰ ਪੁੱਛ ਰਿਹਾ ਹੈ ਤਾਂ ਦੱਸ ਦਿੰਦਾ ਹਾਂ। ਮੈਨੂੰ ਵੀ ਹੁਣੇ ਪਤਾ ਲੱਗਾ ਹੈ, ਜਿਸ ਨੂੰ ਬਹੁਤ ਪਿਆਰ ਕਰਦੇ ਹੋਈਏ ਉਸ ਕੋਲੋਂ ਵਿਛੜਨ ਨੂੰ ਦਿਲ ਨਹੀਂ ਮੰਨਦਾ ਹੁੰਦਾ। ਨਿਜ਼ਾਮੂਦੀਨ, ਦਿੱਲੀ ਜਾਓ, ਮੇਰੀਆਂ ਖੜਾਵਾਂ ਦਸਤਾਰ ਮੁਸੱਲਾ ਤੁਹਾਡੇ ਕੋਲ ਦਿੱਲੀ ਪੁੱਜ ਜਾਣਗੇ। ਜਿਵੇਂ ਸਾਈਂ ਬਖਤਿਆਰ ਕਾਕੀ ਨੇ ਵਿਦਾਇਗੀ ਵਕਤ ਬਾਬਾ ਫਰੀਦ ਨੂੰ ਵਾਰਸ ਥਾਪ ਦੇਣ ਦਾ ਐਲਾਨ ਕੀਤਾ, ਉਸੇ ਤਰ੍ਹਾਂ ਬਾਬਾ ਫਰੀਦ ਨੇ ਨਿਜ਼ਾਮੂਦੀਨ ਨੂੰ ਆਪਣਾ ਵਾਰਸ ਥਾਪਣ ਦਾ ਐਲਾਨ ਕਰ ਦਿੱਤਾ। ਨਮਾਜ਼ ਪੜ੍ਹਦੇ ਬੇਹੋਸ਼ ਹੋ ਗਏ। ਜਦੋਂ ਹੋਸ਼ ਆਈ ਤਾਂ ਪੁੱਛਿਆ, ਕੀ ਮੈਂ ਨਮਾਜ਼ ਪੜ੍ਹ ਲਈ ਸੀ? ਦੱਸਿਆ ਗਿਆ ਕਿ ਪੜ੍ਹ ਲਈ ਸੀ। ਕਹਿਣ ਲੱਗੇ, ਤਾਂ ਵੀ ਦੂਜੀ ਵਾਰ ਪੜ੍ਹਨ ਦਾ ਕੀ ਹਰਜ਼? ਫਿਰ ਦੂਜੀ ਵਾਰ ਨਮਾਜ਼ ਪੜ੍ਹ ਕੇ ਬੇਹੋਸ਼ ਹੋ ਗਏ। ਹੋਸ਼ ਆਈ ਤਾਂ ਫਿਰ ਸਵਾਲ ਕੀਤਾ, ਭਾਈਓ ਦੱਸੋ, ਮੈਂ ਨਮਾਜ਼ ਪੜ੍ਹ ਲਈ ਸੀ? ਸਭ ਨੇ ਕਿਹਾ, ਹਾਂ ਬਾਬਾ ਜੀ, ਨਮਾਜ਼ ਅਦਾ ਹੋ ਗਈ ਸੀ। ਕਹਿਣ ਲੱਗੇ, ਫਿਰ ਪੜ੍ਹਨ ਵਿੱਚ ਕੀ ਹਰਜ ਹੈ? ਫਿਰ ਨਮਾਜ਼ ਪੜ੍ਹਨ ਲੱਗੇ ਤੇ ਪੜ੍ਹਦਿਆਂ ਪੜ੍ਹਦਿਆਂ ਅੱਲਾ ਦੀ ਦਰਗਾਹ ਵਿੱਚ ਜਾ ਪੁੱਜੇ। ਫਿਰ ਹੋਸ਼ ਨਹੀਂ ਪਰਤੀ। ਸ਼ਵਾਲ ਦੇ ਮਹੀਨੇ ਨਿਜ਼ਾਮੂਦੀਨ ਦਿੱਲੀ ਗਏ ਤੇ 5 ਮੁਹਰਮ ਨੂੰ ਬਾਬਾ ਫਰੀਦ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸੋ ਦੋਸਤੋ, ਅੱਜ ਦੀ ਇਹ ਵੀਡੀਓ ਬਾਬਾ ਫਰੀਦ ਜੀ ਦੇ ਬਾਰੇ ਤੁਹਾਨੂੰ ਕਿਵੇਂ ਦੀ ਲੱਗੀ? ਸਰਦਾਰ ਹਰਪਾਲ ਸਿੰਘ ਪੰਨੂ ਹੋਰਾਂ ਦਾ ਲਿਖਿਆ ਹੋਇਆ ਇਹ ਲੇਖ ਦਾ ਆਡੀਓ ਪਾਰਟ ਆਪ ਜੀ ਨੂੰ ਕਿਵੇਂ ਦਾ ਲੱਗਿਆ ਹੈ ਕਮੈਂਟ ਕਰਕੇ ਦੱਸਣਾ। ਵਧੀਆ ਲੱਗਿਆ ਹੈ ਤਾਂ ਲਾਈਕ ਕਰਨਾ, ਸ਼ੇਅਰ ਕਰਨਾ। ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਬਟਨ ਦਬਾਉਣਾ, ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਆਪ ਜੀ ਨੂੰ ਮਿਲਦੀਆਂ ਰਹਿਣ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵੀਡੀਓ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।